ਹਰ ਕਾਲੇ ਬੰਦੇ ਨੂੰ ਚਿੱਟੀ ਜਨਾਨੀ ਚਾਹੀਦੀ ਹੈ। ਅੱਜ ਮੇਰੇ ਵਰਗੇ ਮੌਲੂ ਜੇ ਨੂੰ ਜਿਹੜੇ ਨੂੰ ਪੜ੍ਹਨਾ ਨਹੀਂ ਆਉਂਦਾ ਕੁੜੀ ਲੱਭਦਾ ਫਿਰਦਾ ਵੀ 25-30 ਲੱਖ ਲੈ ਲਓ, ਰਿਸ਼ਤਾ ਕਰਾ ਦਿਓ ਯਾਰ, ਮੈਂ ਕੈਨੇਡਾ ਜਾਣਾ। ਅੱਜ ਬੰਦਾ ਆਪਣੀ ਵਾਈਫ ਨਾਲ ਨਫ਼ਰਤ ਕਿਉਂ ਕਰ ਰਿਹਾ? ਉਹਨੂੰ ਪਤਾ ਲੱਗ ਗਿਆ ਵੀ ਜਦੋਂ ਮੈਨੂੰ ਕਹਿੰਦੀ ਹੈ ਮੇਰੀ ਮਾਂ ਬਾਰੇ, ਉਹ ਜਿਹੜੀ ਮਾਂ ਨੇ ਮੈਨੂੰ ਪੈਦਾ ਕੀਤਾ, ਹੁਣ ਮੈਂ ਉਹਨੂੰ ਕਿਵੇਂ ਤੁਸ਼ਕਾਰਦਾ? ਔਰਤ ਦੇ ਸਤਨ ਦੇ ਵਿੱਚ ਦੁੱਧ ਆਉਣਾ ਉਦੋਂ ਆ ਜਦੋਂ ਬੱਚੇ ਨੂੰ ਭੁੱਖ ਲੱਗਣੀ ਆ। ਹੁਣ ਉਸ ਦੁੱਧ ਨੂੰ ਤੁਸੀਂ ਪਿਆਉਣਾ ਨਹੀਂ, ਤੇ ਸਤਿਗੁਰੂ ਕਹਿੰਦੇ ਵੀ ਮੇਰਾ ਭੇਜਿਆ ਦੁੱਧ ਜੇ ਤੂੰ ਇਹਨੂੰ ਨਹੀਂ ਨਾ ਪਿਆਉਂਦੀ ਤੇ ਚੱਕ ਫਿਰ ਮੈਂ ਗੱਠ ਬਣਾ। ਲਕੋਰੀਆ ਬਹੁਤ ਵੱਡੀ ਪ੍ਰੋਬਲਮ ਆ, ਬੈਕ ਪੇਨ ਬਹੁਤ ਵੱਡੀ ਪ੍ਰੋਬਲਮ, ਹਾਰਮੋਨਸ ਇਨਬੈਲੈਂਸ ਰਹਿਣੇ, ਔਰਤਾਂ ਦੇ ਵਿੱਚ ਬੀਪੀ ਕੱਲਾ ਘਟਣਾ। 90% ਔਰਤਾਂ ਦਾ ਬੀਪੀ ਘਟਦਾ ਤੇ 10% ਔਰਤਾਂ ਦਾ ਬੀਪੀ ਵੱਧਦਾ। ਉਹ ਬੀਪੀ ਘਟੀ ਜਾਂਦਾ ਜਦੋਂ ਲਗਾਤਾਰ, ਉਹ ਵੀ ਇੱਕ ਹਾਰਮੋਨਸ ਇਨਬੈਲੈਂਸ ਕਰਦਾ ਹੈ। ਫਿਰ ਮੋਟਾਪਾ ਇੱਕ ਬਹੁਤ ਵੱਡਾ ਕੌਜ਼ ਹੈ। ਚਮੜੀ ਦੇ ਰੋਗ ਹਜ਼ਾਰਾਂ ਨੇ ਔਰਤਾਂ ਨੂੰ ਜਿਹੜੇ ਹੈਗੇ ਆ, ਫੰਗਲ ਇਨਫੈਕਸ਼ਨ ਹੈ, UTI ਇਨਫੈਕਸ਼ਨ ਹੈ, ਕੌਨਸਟੀਪੇਸ਼ਨ ਦੀ ਹਜ਼ਾਰਾਂ ਔਰਤਾਂ ਨੂੰ ਪ੍ਰੋਬਲਮ ਹੈ। ਔਰ ਸਿਰਫ ਅੰਦਰ ਟੱਟੀ ਸੁੱਕਣ ਕਰਕੇ ਚਿਹਰੇ ਤੇ ਛਾਈਆਂ ਪੈ ਰਹੀਆਂ ਨੇ, ਸੁਭਾਅ ਦੇ ਵਿੱਚ ਚਿੜਚਿੜਾਪਨ ਆ ਰਿਹਾ। ਕੰਪੈਰੇਟਿਵਲੀ ਮਰਦ 2-4 ਬਿਮਾਰੀਆਂ ਨੂੰ ਛੱਡ ਕੇ ਉਹਨਾਂ ਨੂੰ ਹੋਰ ਕੋਈ ਬਿਮਾਰੀ ਨਹੀਂ ਹੁੰਦੀ। ਬੀਪੀ, ਸ਼ੂਗਰ, ਇਸ ਪਾਸੇ ਨੂੰ ਜ਼ਿਆਦਾ ਜਕੜੇ ਹੋਏ ਨੇ। ਪਰ ਔਰਤਾਂ ਦੇ ਵਿੱਚ ਇੰਨੀਆਂ ਜ਼ਿਆਦਾ ਬਿਮਾਰੀਆਂ ਇਸ ਵੇਲੇ ਪੈਦਾ ਹੋਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ? ਲੋਕ ਆਪਦੇ ਘਰ ਦੀਆਂ ਖੁਸ਼ੀਆਂ ਦੇ ਵਿੱਚ ਵੀ ਖੁਸ਼ ਨਹੀਂ ਹੈਗੇ। ਇਹ ਚੀਜ਼ ਜਿਹੜੀ ਆ ਨਾ ਜੀ, ਇਹਨੇ ਸਾਡੇ ਲੋਕਾਂ ਨੂੰ, ਸਾਡੀਆਂ ਖਾਸ ਕਰਕੇ ਮਾਵਾਂ, ਭੈਣਾਂ ਤੇ ਧੀਆਂ ਨੂੰ ਇੰਨਾ ਕੁ ਬਿਮਾਰ ਕਰਤਾ। ਫਿਰ ਇਹਦਾ ਸਰੀਰ ਨਾਲ ਕੀ ਲੈਣਾ ਦੇਣਾ ਜੀ? ਵੀਰ ਜੀ, ਤੁਹਾਡੇ ਨਾ ਇੱਕ ਡੋਪਾਮਾਈਨ ਦੇ ਹਾਰਮੋਨਸ ਹੁੰਦੇ ਆ। ਤੁਸੀਂ ਮੰਨ ਸਕਦੇ ਹੋ ਵੀ ਸਿਰਫ ਤੁਹਾਨੂੰ ਹੌਲ ਪਿਆ ਤੇ ਡੇਟ ਆ ਗਈ। ਇਹ ਚੀਜ਼ ਨੇ ਵੀ ਸਾਡਾ ਬੇੜਾ ਗਰਕ ਕਰਕੇ ਧਰਤਾ। ਜਿਹੜਾ ਕੱਲਾ ਨਿਆਣਾ ਸੀ, ਹੁਣ 5-4 ਨਿਆਣੇ ਤੇ ਦੇ ਕੇ ਦਿਖਾਵੇ ਤਾਂ ਜਵਾਕ ਧਮਕੀ ਮਾੜਾ ਜਿਹਾ ਬੀਬੀ ਨੂੰ ਵੀ ਮੈਂ ਘਰੋਂ ਚੱਲਿਆ, ਉਹਨੇ 4 ਮਾਰਨੇ, ਛਿੱਤਰ ਵੀ ਕੱਢੋ ਘਰੋਂ, ਇਹਨੂੰ ਆਪੇ ਆਜੂ ਧੱਕੇ ਖਾ ਕੇ, ਕਿਉਂਕਿ 4 ਹੋਰ ਹੈਗੇ ਆ। ਅੱਜ ਖੁਸ਼ੀਆਂ ਬਣਾਊ ਕਿਹਦੇ ਨਾਲ? ਪਰਿਵਾਰ ਦੇ ਵਿੱਚ ਮਖੌਟੇ ਹੋ ਗਏ, ਉੱਤੋਂ ਲੋਕ ਹੱਸ ਰਹੇ ਆ, ਅੰਦਰੋਂ ਦੁਖੀ ਨੇ। ਹਜ਼ਾਰਾਂ ਬੰਦੇ, ਕੱਲਾ ਜਵਾਕ ਹੈ ਪਰਿਵਾਰ 'ਚ, ਤੇ ਮੋਟਰਸਾਈਕਲ ਲੈ ਕੇ ਚਾਹੇ ਆਪਦੇ ਪਿੰਡ ਦੀ ਫਿਰਨੀ ਤੋਂ ਸਬਜ਼ੀ ਲੈਣੀ ਗਿਆ, ਤੇ ਘਰੇ ਬਜ਼ੁਰਗ ਦੀ ਜਾਨ ਸੁੱਕੀ ਜਾਂਦੀ, ਅੱਧਾ ਘੰਟਾ ਆਇਆ ਨੀਗਾ। ਜਿਹੜਾ ਪਰਿਵਾਰਿਕ ਲਾਈਫ ਦੇ ਉੱਤੇ ਵੀ ਕੋਈ ਅਸਰ ਪੈਂਦਾ ਜੀ? ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਇੱਦਾਂ ਦੀ ਜਿਹੜੀਆਂ ਦਿੱਕਤਾਂ, ਪਰੇਸ਼ਾਨੀ ਜਦੋਂ ਇੱਕ ਔਰਤ ਨੂੰ ਹੁੰਦੀ ਨੇ, ਪਰਿਵਾਰਿਕ ਜ਼ਿੰਦਗੀ ਦੇ ਉੱਤੇ ਵੀ ਅਸਰ ਪੈਂਦਾ ਫਿਰ ਇਹਦਾ? ਜਿਹੜੇ ਲੋਕ ਪੀਰੀਅਡਸ ਦੇ ਵਿੱਚ, ਖਾਸ ਕਰਕੇ ਡੇਟ ਟਾਈਮ ਦੇ ਵਿੱਚ ਜਿਹੜੇ ਲੋਕ ਦੁੱਧ ਪੀਂਦੇ ਆ, ਉਹਨਾਂ ਨੂੰ ਰਸੌਲੀ ਤੇ ਹਰਨੀਆਂ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਸਾਡੀਆਂ ਪੁਰਾਣੀਆਂ ਮਾਵਾਂ ਨੂੰ ਬਿਮਾਰੀਆਂ ਨਾ ਲੱਗਣ ਦਾ ਕਾਰਨ ਕੀ ਸੀਗਾ? ਸਹਿਨਸ਼ੀਲਤਾ ਬਹੁਤ ਜ਼ਿਆਦਾ ਸੀਗੀ। ਬਜ਼ੁਰਗ ਸਾਡੇ ਨਾ ਜਦੋਂ ਦਵਾਈ ਦਿੰਦੇ ਸੀਗੇ, ਉਹ ਜੇ ਉਹਨਾਂ ਨੇ 2-4 ਗੱਲਾਂ ਕਰਨ ਤੋਂ ਬਾਅਦ ਉਹਨੇ ਕਹਿਣਾ, ਬੀਬੀ ਤੇਰਾ ਨਿਆਣੇ ਕੁੱਟਣ ਨੂੰ ਜੀ ਕਰਦਾ? ਉਹਨਾਂ ਨੇ ਕਹਿਣਾ ਵੀ ਵੈਸਾ ਤੁਸੀਂ ਇਹ ਕਾਹਤੋਂ ਪੁੱਛਦੇ ਹੋ? ਉਹ ਕਹਿੰਦੇ ਵੀ ਇਹ ਸਿੰਪਟਮ ਆ। ਅੱਛਾ, ਨਿਆਣੇ ਕੁੱਟਣਾ ਵੀ? ਹਾਂਜੀ, ਨਿਆਣੇ ਕੁੱਟਣਾ ਵੀ ਇੱਕ ਸਿੰਪਟਮ। ਬਿਮਾਰੀਆਂ ਨੂੰ ਕਿਵੇਂ ਰੋਕ ਸਕਦੇ ਆ? ਔਰਤਾਂ ਜਿਹੜੀਆਂ ਇਸ ਵੇਲੇ ਦੇਖ ਰਹੀਆਂ ਨੇ, ਉਹ ਆਪਣੇ ਆਪ ਨੂੰ ਕਿਵੇਂ ਤੰਦਰੁਸਤ ਜ਼ਿਆਦਾ ਰੱਖਣ, ਘਰ ਦੇ ਵਿੱਚ ਰਹਿ ਕੇ ਸਾਰੇ ਪਰਿਵਾਰ ਨੂੰ ਕਿਵੇਂ ਤੰਦਰੁਸਤ ਰੱਖਣ? ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਬਹੁਤ ਸਾਰੀਆਂ ਫੋਨ ਕਾਲਸ ਮੈਨੂੰ ਪਿਛਲੇ ਦਿਨੀ ਜਿਹੜੀਆਂ ਮੇਰੀਆਂ ਭੈਣਾਂ ਦੀਆਂ ਆਈਆਂ, ਜਿਹੜੀਆਂ ਮੇਰੀਆਂ ਛੋਟੀਆਂ ਵੱਡੀਆਂ ਭੈਣਾਂ ਨੇ, ਮੇਰੀਆਂ ਮਾਤਾਵਾਂ ਨੇ, ਔਰ ਜਿਨ੍ਹਾਂ ਨੇ ਆਪਣੀਆਂ ਵੱਖੋ-ਵੱਖ ਦਿੱਕਤਾਂ, ਪਰੇਸ਼ਾਨੀਆਂ ਮੇਰੇ ਨਾਲ ਸਾਂਝੀਆਂ ਕੀਤੀਆਂ। ਇੰਝ ਲੱਗ ਰਿਹਾ ਹੈ ਕਿ ਪੂਰੀ ਦੁਨੀਆ ਦੇ ਨਾਲ-ਨਾਲ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ, ਜਿਹੜਾ ਔਰਤ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਬਿਮਾਰ ਹੋ ਚੁੱਕੀ ਹੋਵੇ। ਸਾਰੀਆਂ ਤਾਂ ਨਹੀਂ, ਪਰ ਜ਼ਿਆਦਾਤਰ ਔਰਤਾਂ ਜਿਹੜੀਆਂ ਉਹ ਕਿਸੇ ਨਾ ਕਿਸੇ ਮਰਜ਼ ਦੀ ਜਿਹੜੀ ਇਸ ਵੇਲੇ ਦਵਾ ਹੈਗੀ ਹੈ, ਉਹ ਜ਼ਰੂਰ ਖਾ ਰਹੀ ਹੈ। ਪਰ ਉਹਨਾਂ ਨੂੰ ਦਵਾਈਆਂ ਕਿਵੇਂ ਲੈਣੀਆਂ ਚਾਹੀਦੀਆਂ ਨੇ, ਰੋਗਾਂ ਤੋਂ ਬਚਾਅ ਕਿਵੇਂ ਹੋ ਸਕਦਾ ਹੈ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਚੱਲੀਆਂ ਹੋਈਆਂ ਨੇ, ਕਈ ਵਾਰ ਕੈਮਰੇ ਦੇ ਉੱਤੇ ਅਸੀਂ ਡਿਸਕਸ ਵੀ ਨਹੀਂ ਕਰ ਸਕਦੇ। ਉਹਨਾਂ ਸਾਰੀਆਂ ਜਿੰਨੇ ਵੀ ਮੈਨੂੰ ਫੋਨ ਕਾਲਸ ਆਏ, ਜਿੰਨੇ ਵੀ ਮੈਨੂੰ ਸਵਾਲ ਆਏ, ਜਿੰਨੇ ਵੀ ਮੈਨੂੰ ਮਰਜ਼ਾਂ ਬਾਰੇ ਗੱਲਬਾਤ ਕਰਨ ਦੀ ਲੋਕਾਂ ਨੇ ਗੱਲ ਕਹੀ, ਤਾਂ ਉਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਅਸੀਂ ਵੈਦ ਜਗਦੀਪ ਸਿੰਘ ਹੋਰਾਂ ਕੋਲ ਪਹੁੰਚੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਤਜਰਬਾ ਬਿਮਾਰੀਆਂ ਨੂੰ ਆਯੁਰਵੈਦਿਕ ਢੰਗ ਨਾਲ, ਆਯੁਰਵੈਦਿਕ ਤਰੀਕੇ ਨਾਲ ਦੂਰ ਕਰਨ ਦੇ ਵਿੱਚ ਜਿਹੜਾ ਉਹ ਲੰਘਿਆ। ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ
ਆਪਣੇ ਜ਼ਿਆਦਾਤਰ ਜਿਹੜੇ ਮੈਨੂੰ ਸਵਾਲ ਆਏ ਨੇ ਉਹ ਸਵਾਲ ਉਹਨਾਂ ਕੋਲੋਂ ਰੱਖਾਂਗੇ ਤੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ, ਨਾਲੋਂ ਨਾਲ ਮੌਕੇ ਦੇ ਉੱਤੇ ਹੱਲ ਦਾ ਵੀ ਕੋਈ ਫਾਰਮੂਲਾ ਉਹਨਾਂ ਕੋਲੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ। ਵੈਸੇ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਫਰੂਕੀ ਸਾਹਿਬ, ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ ਤੇ ਆਪਣੀ ਦਇਆ ਬਣਾਉਣ, ਲੋਕ ਤੰਦਰੁਸਤ ਰਹਿਣ, ਵੈਦਾਂ ਹਕੀਮਾਂ ਡਾਕਟਰਾਂ ਕੋਲੋਂ ਬਚ ਜਾਣ। ਤੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਰੋਜ਼ ਜਾ ਕੇ ਸਤਿਗੁਰੂ ਦੇ ਕੰਨ 'ਚ ਕਹਿ ਦਿਆ ਕਰੋ ਵੀ ਸਤਿਗੁਰੂ ਜੀ ਆਇਓ ਸ਼ਰਨ ਤੁਮਾਰੀ, ਮਿਲੇ ਸੂਖ ਨਾਮ ਹਰ ਸੋਭਾ, ਤੇ ਚਿੰਤਾ ਲਾਇਓ ਹਮਾਰੀ। ਔਰ ਚਿੰਤਾ ਚਿਖਾ ਦੇ ਬਰਾਬਰ ਹੈ। ਇਹ ਪਹਿਲਾਂ ਸੁਣਦੇ ਹੁੰਦੇ ਸੀ ਛੋਟੇ ਹੁੰਦੇ, ਉਦੋਂ ਸਮਝ ਹੈ ਨਹੀਂ ਸੀਗੀ। ਜਦੋਂ ਮਾਵਾਂ ਨੇ ਜਾਂ ਬਜ਼ੁਰਗਾਂ ਨੇ ਗੱਲ ਕਰਨੀ ਵੀ ਚਿੰਤਾ ਚਿਖਾ ਦੇ ਬਰਾਬਰ ਹੈ, ਉਹ ਅੱਜ ਗੱਲ ਸਾਬਤ ਹੋ ਗਈ। ਤੇ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਵੀ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੇ ਮਹਾਰਾਜ ਕਿਰਪਾ ਕਰਨ, ਤੁਹਾਡੇ ਦਰਸ਼ਕ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਆ, ਤੁਹਾਡੇ ਜ਼ਰੀਏ ਨਾਲ ਸਾਡੇ ਤੱਕ ਪਹੁੰਚਦੇ ਆ। ਤੇ ਕੋਸ਼ਿਸ਼ ਹੈ ਇਹ ਵੀ ਸਤਿਗੁਰੂ ਮਿਹਰ ਕਰਿਓ, ਦਇਆ ਕਰਿਓ, ਰਹਿਮ ਕਰਿਓ ਤੇ ਸਾਨੂੰ ਬਲ ਬੁੱਧੀ ਬਖਸ਼ਿਓ ਕਿ ਅਸੀਂ ਲੋਕਾਂ ਦੇ ਕੰਮ ਆ ਸਕੀਏ। ਇਹ ਵੈਸੇ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਇਸ ਗੱਲਬਾਤ ਦੀ ਕਰ ਲੈਂਦੇ ਹਾਂ। ਪਹਿਲਾਂ ਹੁੰਦਾ ਸੀ ਕਿ ਕਿਉਂਕਿ ਮਿਹਨਤ ਮੁਸ਼ੱਕਤ ਦੇ ਕੰਮ ਜ਼ਿਆਦਾ ਹੁੰਦੇ ਸੀ ਥੋੜ੍ਹੇ ਜਿਹੇ। ਹੁਣ ਤੋਂ ਅਸੀਂ 10 ਜਾਂ 20 ਸਾਲ ਪਿੱਛੇ ਚਲੇ ਜਾਈਏ, ਹਰ ਘਰ ਦੇ ਵਿੱਚ ਬਹੁਤ ਘੱਟ ਮੈਡੀਸਨਸ ਹੁੰਦੀਆਂ ਸੀ, ਦਵਾਈਆਂ ਨਹੀਂ ਹੁੰਦੀਆਂ ਸੀ। ਅਜੋਕੇ ਵੇਲੇ ਤਾਂ ਘਰ ਘਰ ਮੈਡੀਕਲ ਸਟੋਰ ਹੈ ਜਿਹੜਾ ਉਹ ਬਣਿਆ ਪਿਆ ਸੀ, ਜੇਕਰ ਇਹ ਕਹਿ ਲਏ ਤਾਂ ਕੋਈ ਅਤਿਕਥਨੀ ਨਹੀਂ ਹੋਏਗੀ। ਸੋ ਉਸ ਵੇਲੇ ਜਿਹੜੇ ਮਰਦ ਸੀ, ਉਹ ਮੈਂ ਕਦੇ ਦੇਖ ਲੈਂਦਾ ਹੁੰਦਾ ਸੀ, ਕਦੇ ਦਾਦੇ ਨੂੰ ਬੁਖਾਰ ਹੋਇਆ ਹੈ, ਕਦੇ ਮੇਰੇ ਪਿਤਾ ਜੀ ਦਾ ਕਿਦਾ ਸਿਰ ਦਰਦ ਕਰ ਰਿਹਾ ਹੈ, ਤਾਇਆ ਜੀ ਥੋੜ੍ਹੇ ਜਿਹੇ ਢਿੱਲੇ ਨੇ। ਪਰ ਮੈਂ ਦੇਖਿਆ ਨਹੀਂ ਸੀ ਕਿ ਮੇਰੀ ਦਾਦੀ ਨੂੰ ਕਦੇ ਬੁਖਾਰ ਚੜ੍ਹਿਆ ਹੋਵੇ, ਮੇਰੀ ਮਾਤਾ ਨੂੰ ਕਦੇ ਸਿਰ ਦਰਦ ਵੀ ਹੋਇਆ ਹੋਵੇ। ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਬਿਲਕੁਲ ਉਲਟ ਹੋ ਚੁੱਕੀ ਹੈ। ਕੰਪੈਰੇਟਿਵਲੀ ਮਰਦ 2-4 ਬਿਮਾਰੀਆਂ ਨੂੰ ਛੱਡ ਕੇ ਉਹਨਾਂ ਨੂੰ ਹੋਰ ਕੋਈ ਬਿਮਾਰੀ ਨਹੀਂ ਹੁੰਦੀ। BP, ਸ਼ੂਗਰ, ਇਸ ਪਾਸੇ ਨੂੰ ਜ਼ਿਆਦਾ ਜਕੜੇ ਹੋਏ ਨੇ। ਪਰ ਔਰਤਾਂ ਦੇ ਵਿੱਚ ਇੰਨੀਆਂ ਜ਼ਿਆਦਾ ਬਿਮਾਰੀਆਂ ਇਸ ਵੇਲੇ ਪੈਦਾ ਹੋਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ? ਕਿਉਂਕਿ ਤੁਸੀਂ ਹਜ਼ਾਰਾਂ ਮਰੀਜ਼ ਦੇਖਦੇ ਹੋ ਇੱਥੇ। ਫਰੂਕੀ ਸਾਹਿਬ, ਮੈਂ ਨਾ ਜੀ ਜਦੋਂ ਪਿੱਛੇ ਮਰੀਜ਼ਾਂ ਦੇ ਨਾਲ ਤਾਂ ਇੱਥੇ 2 ਦਿਨ ਸੋਮਵਾਰ ਵੀਰਵਾਰ ਇੱਥੇ ਵੀ ਪੇਸ਼ੈਂਟ ਦੇਖੇ, ਹੋਰ ਜਗ੍ਹਾ 'ਤੇ ਵੀ ਪੇਸ਼ੈਂਟ ਕਾਫੀ, ਸਤਿਗੁਰੂ ਦੀ ਮਿਹਰ ਹੈ। ਲੇਕਿਨ ਜਿੱਥੇ ਮੈਂ ਮਾਨਸਿਕ ਰੋਗਾਂ ਨੂੰ ਪੜ੍ਹਿਆ, ਲੋਕਾਂ ਦੇ ਅੰਦਰ ਦਿੱਕਤਾਂ ਪੜ੍ਹੀਆਂ, ਤਾਂ ਇੱਕ ਗੱਲ ਸਮਝ ਲੱਗੀ ਵੀ ਲੋਕ ਆਪਦੇ ਘਰ ਦੀਆਂ ਖੁਸ਼ੀਆਂ ਦੇ ਵਿੱਚ ਵੀ ਖੁਸ਼ ਨਹੀਂ ਹੈਗੇ। ਇਹ ਚੀਜ਼ ਜਿਹੜੀ ਆ ਨਾ ਜੀ, ਇਹਨੇ ਸਾਡੇ ਲੋਕਾਂ ਨੂੰ, ਸਾਡੀਆਂ ਖਾਸ ਕਰਕੇ ਮਾਵਾਂ ਭੈਣਾਂ ਅਤੇ ਧੀਆਂ ਨੂੰ ਇੰਨਾ ਕੁ ਬਿਮਾਰ ਕਰਤਾ ਕਿ ਜਿਹਦੇ ਬਿਮਾਰੀ ਇੱਕ ਦੂਜੀ ਸਭ ਤੋਂ ਵੱਡੀ ਗੱਲ ਸੀ ਕਿ ਸਾਡੇ ਗੱਲ ਨੂੰ ਸਾਡੇ 'ਚੋਂ ਇਰੇਜ਼ਰ ਕਰਨ ਵਾਲੇ, ਸਾਫ਼ ਕਰਨ ਵਾਲੀਆਂ ਮਾਵਾਂ ਨਹੀਂ ਰਹੀਆਂ। ਔਰ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਆ, ਮੈਨੂੰ ਥੋੜ੍ਹਾ ਜਿਹਾ ਇੱਕ ਵਾਰ ਫਿਰ ਤੋਂ ਸਮਝਾਓ। ਤੁਸੀਂ ਇੱਥੇ ਸ਼ਬਦ ਯੂਜ਼ ਕੀਤਾ ਹੈ ਕਿ ਘਰ ਦੀਆਂ ਖੁਸ਼ੀਆਂ 'ਚ ਵੀ ਖੁਸ਼ ਨਹੀਂ, ਔਰ ਦੂਸਰਾ ਤੁਸੀਂ ਕਿਹਾ ਕਿ ਅਰੇਜ਼ ਕਰਨ ਵਾਲੀਆਂ, ਗੱਲਾਂ ਨੂੰ ਮਿਟਾਉਣ ਵਾਲੀਆਂ ਮਾਵਾਂ ਨਹੀਂ ਰਹੀਆਂ। ਬੜੀ ਡੀਪਲੀ ਮੀਨਿੰਗ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਇਹਦਾ, ਪਰ ਮੈਨੂੰ ਘੱਟ ਸਮਝ ਆਇਆ ਕੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ। ਫਰੂਕੀ ਸਾਹਿਬ, ਮੈਂ ਨਾ ਬਜ਼ੁਰਗਾਂ ਤੋਂ ਸੁਣਦਾ ਰਿਹਾਂਗਾ ਵੀ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਅੱਜ ਜਿਹੜੇ ਲੋਕਾਂ 'ਤੇ ਇਹ ਚੀਜ਼ਾਂ ਬੀਤ ਰਹੀਆਂ ਨੇ, ਜਿਹੜੇ ਪਰਿਵਾਰਾਂ ਦੇ ਅੰਦਰ ਜਿਹੜੀਆਂ ਸਾਡੀਆਂ ਮਾਵਾਂ ਸੀ, ਜਦੋਂ ਧੀ ਨੂੰ ਤੋਰਦੇ ਸੀ ਨਾ, ਤੇ ਕਹਿ ਕੇ ਤੋਰਦੇ ਸੀਗੇ ਵੀ ਕਫਨ ਤਾਂ ਤੇਰਾ ਆ ਸਕਦਾ, ਤੇਰਾ ਮਰਨ ਦਾ ਸੁਨੇਹਾ ਤਾਂ ਆ ਸਕਦਾ, ਪੁੱਤ ਤੇਰੇ ਸੁੱਖ ਦਾ ਸੁਨੇਹਾ ਸਾਡੇ ਘਰ 'ਚ ਆਵੇ, ਦੁੱਖ ਦੇ ਸੁਨੇਹੇ ਵਾਸਤੇ ਤੂੰ ਕਦੇ ਫੋਨ ਨਾ ਕਰੀ। ਆਪ ਹੀ ਰਿਸ਼ਤੇ ਕਰਦੇ ਨੇ। ਤੁਸੀਂ ਦੇਖੋ ਵੀ ਕਿਹੋ ਜਿਹੇ ਲੋਕਾਂ ਦੇ ਯਕੀਨ ਸੀਗੇ ਸਾਡੇ ਅੰਦਰ। ਜਿਸ ਟਾਈਮ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਨਾਈਆਂ ਦੇ ਫਲਾਣੇ ਕਰਤਾਰ ਨੂੰ 1 ਰੁਪਈਆ ਦੇ ਕੇ ਤੋਰਤਾ ਤੇ ਰਿਸ਼ਤਾ ਪੱਕਾ ਹੋ ਗਿਆ, ਤੇ ਲੋਕਾਂ ਨੇ ਬਿਨਾਂ ਦੇਖੇ ਸ਼ਾਦੀਆਂ ਕੀਤੀਆਂ, ਬਿਨਾਂ ਦੇਖੇ ਆਪਣੀਆਂ ਧੀਆਂ ਭੈਣਾਂ ਵਿਆਹਤੀਆਂ, ਤੇ ਤਲਾਕ ਦੀ ਰੇਸ਼ੋ ਸੀਗੀ 0.01। 100 ਦੇ ਵਿੱਚੋਂ 0.5% ਲੋਕਾਂ ਦੇ
ਤਲਾਕ ਸੀਗੇ। ਕਿੱਡੇ ਬੇਲੜੇ ਬਜ਼ੁਰਗ ਟੱਕਰੇ, ਕਈ ਮਾਵਾਂ ਨੂੰ ਦਾਰੂ ਵੀ ਪੀ ਜਾਣੇ, ਬੀਬੀ ਕੁੱਟੀ ਵੀ ਜਾਣੀ, ਛਿੱਤਰ ਵੀ ਮਾਰੀ ਜਾਣੇ, ਪਰ ਕਹਿੰਦੀਆਂ ਸੀ ਨਹੀਂ, ਘਰ ਛੱਡ ਕੇ ਨਹੀਂ ਮੈਂ ਜਾ ਸਕਦੀ। ਅੱਜ ਉਹ ਮਾਵਾਂ ਜਵਾਕਾਂ ਕੋਲੇ ਹੈ ਨਹੀਂ। ਦੂਜੀ ਗੱਲ, ਜਿਹੜੀ ਗੱਲ ਅੱਜ ਮਾਵਾਂ ਜਵਾਕਾਂ ਦੇ ਕੋਲੇ ਹੈਗੀਆਂ ਨੇ, ਉਹ ਮਾਨਸਿਕ ਤੌਰ ਤੇ ਬਿਮਾਰ ਆ। ਖੁਸ਼ੀਆਂ ਇਸ ਕਰਕੇ ਨਹੀਂ ਹੈਗੀਆਂ ਕਿਉਂਕਿ ਪਰਿਵਾਰ ਜਿਹੜੇ ਨੇ ਛੋਟੇ ਹੋ ਗਏ। ਜਿਹੜੀ ਬੇਬੇ ਦੀ ਗੱਲ ਸੁਣ ਕੇ ਸਾਨੂੰ ਸਬਰ ਤੇ ਸੰਤੋਖ ਹੋਣਾ ਸੀਗਾ, ਜਿਹਨੇ ਸਮਝਾਉਣਾ ਸੀਗਾ ਵੀ ਧੀਏ ਤੂੰ ਜਿਹੜੇ ਘਰ ਨੂੰ ਚੱਲੀ ਆ, ਸੱਚੇ ਪਾਤਸ਼ਾਹ ਤੋਂ ਮੰਗੀ ਵੀ ਤੇਰੇ ਘਰ ਨੂੰ ਰੰਗ ਭਾਗ ਲੱਗ ਜਾਣ। ਮੈਂ ਸਮਝਦਾ ਵੀ ਇਹੋ ਜਿਹੀਆਂ ਸਾਡੀਆਂ ਮਾਵਾਂ ਨਹੀਂ ਸੀ ਕਦੇ ਪੈਦਾ ਹੋਈਆਂ ਕਿ ਭਰਾਵਾਂ ਤੋਂ ਹਿੱਸਾ ਲੈ ਕੇ ਜਾਣਾ। ਇਹੋ ਜਿਹੇ ਸਾਡੇ ਖਾਨਦਾਨਾਂ 'ਚ ਕਦੇ ਰਿਵਾਜ਼ ਨਹੀਂ ਸੀ ਹੋਇਆ। ਦੂਜੀ ਗੱਲ ਆ, ਅਸੀਂ ਜਿਹੜੇ ਧਰਮ ਨੂੰ ਫੋਲੋ ਕਰਦੇ ਹਾਂ, ਅਸੀਂ ਉਸ ਧਰਮ ਦੇ ਵਿੱਚ ਪੈਦਾ ਹੋਏ ਵੇ ਲੋਕ ਹਾਂ ਜਿੱਥੇ ਅਰਦਾਸ ਅਸੀਂ ਕਰਕੇ ਉਸ ਵੱਡੇ ਸਤਿਗੁਰੂ ਤੋਂ ਮੰਗਣਾ, ਤੇ ਸਾਨੂੰ ਉੱਥੋਂ ਮਿਲਦੀ ਆ ਗੱਲ ਕਿ ਤੁਸੀਂ ਉਸ ਦਰ 'ਤੇ ਜਾ ਕੇ ਅਰਦਾਸ ਕਰਨੀ ਹੈ ਜਿਹਨੇ ਕੁਛ ਦੇਤਾ ਤੇ ਦੇ ਕੇ ਸੁਣਾਉਣਾ ਨਹੀਂ ਗਾ। ਬੰਦਾ ਤਾਂ ਨੂਣ ਦਾ ਚਮਚਾ ਦੇ ਕੇ ਨਹੀਂ ਸੁਣਾਉਣੋਂ ਹਟਦਾ, ਕਿਸੇ ਨੂੰ ਪਾਣੀ ਦਾ ਗਲਾਸ ਪਿਆ ਕੇ ਸੁਣਾਉਣੋਂ ਨਹੀਂ ਹਟਦਾ। ਆ ਗਈ ਗੱਲ ਲੇਡੀਜ਼ ਦੀ, ਔਰਤਾਂ ਮਾਨਸਿਕ ਤੌਰ 'ਤੇ ਬਿਮਾਰ ਹੋ ਗਈਆਂ, ਹਸਬੈਂਡ ਦੇ ਨਾਲ ਖੁਸ਼ੀ ਨਹੀਂ ਮਿਲਦੀ। ਪਰਿਵਾਰ ਦੇ ਵਿੱਚ ਮੈਂ ਚਾਹੁੰਦਾ ਕਿ ਮੇਰਾ ਬੇਟਾ ਮੇਰਾ ਕਹਿਣਾ ਮੰਨੇ, ਪਰ ਮੈਂ ਆਪਦੇ ਬੇਟੇ ਨੂੰ ਮੱਤ ਹੀ ਦਿੰਦਾ ਹੀ ਨਹੀਂਗਾ ਵੀ ਨਾਲ ਜਿਹੜੀ ਘਰੇ ਵਿਆਹ ਕੇ ਲਿਆਇਆ ਨਾ, ਹੁਣ ਜਿੰਨਾ ਫਰਜ਼ ਮੈਨੂੰ ਸਾਂਭਣ ਦਾ, ਇੱਧਰ ਵੀ ਫਰਜ਼ ਉਹਨਾਂ ਅਦਾ ਕਰੀ। ਅੱਜ ਕਿਵੇਂ ਲਾਂਭਾ ਲੋਕ ਦੇਈ ਜਾਂਦੇ ਵੀ ਘਰ ਵਾਲੀ ਦੀ ਗੱਲ ਸੁਣੀ ਜਾਂਦਾ ਗਾ ਜੀ, ਸਾਡੀ ਗੱਲ ਨਹੀਂ ਸੁਣਦਾ। ਘਰ ਵਾਲੀ ਜਿਹੜੀ ਕਿਸੇ ਨੇ ਆਪਣੀ ਧੀ ਭੈਣ ਤੋਰੀ ਆ, ਤੇ ਜੇ ਗੱਲ ਉਹਦੀ ਨਹੀਂ ਸੁਣੂਗਾ ਤੇ ਫਿਰ ਸੁਣੂਗਾ ਕਿਹਦੀ? ਦੋਨਾਂ ਨੂੰ ਬੈਲੈਂਸ ਕਰਨ ਦਾ ਜਿਹੜਾ ਗੁਣ ਸੀ ਉਹ ਸਾਨੂੰ ਮਿਲਦਾ ਸੀ ਸਾਡੀਆਂ ਦਾਦੀਆਂ ਤੋਂ, ਸਾਡੀਆਂ ਮਾਵਾਂ ਤੋਂ, ਕਿਉਂਕਿ ਉਹ ਤਜਰਬਾ ਬੜਾ ਵੱਡਾ ਸੀਗਾ। ਉਹਨਾਂ ਦਾ ਤਜਰਬਾ 60-60, 70-70 ਸਾਲ ਦੀਆਂ ਸਾਡੀਆਂ ਦਾਦੀਆਂ ਨੇ ਸਾਨੂੰ ਨਾਲ ਤਜਰਬੇਕਾਰ ਬਣਾ ਕੇ ਤੋਰਿਆ ਸੀ ਵੀ ਪੁੱਤ ਮੈਂ ਤੇਰੇ ਦਾਦੇ ਦਾ ਸੁਭਾਅ ਬੜਾ ਅੜਬ ਸੀਗਾ, ਤੇ ਜਦੋਂ ਤੇਰਾ ਦਾਦਾ ਘਰੇ ਖੰਗੂਰਾ ਮਾਰ ਦੇਣਾ ਤੇ ਮੈਂ ਤਾਂ ਬਾਹਰ ਨਹੀਂ ਸੀ ਨਿਕਲਦੀ। ਉਹ ਤਜਰਬਾ ਅੱਗੇ ਮਾਵਾਂ 'ਚ ਆਇਆ ਤੇ ਮਾਵਾਂ ਤੋਂ ਨੂੰਹਾਂ 'ਚ ਆਉਣਾ ਸੀਗਾ। ਪਰ ਹੁਣ ਅੱਜ ਨੂੰਹਾਂ ਅੱਡ ਨੇ। ਅੱਜ ਕਿਵੇਂ ਦਾਦੀਆਂ ਦਾਦੇ ਬਜ਼ੁਰਗ, ਔਰ ਇਹ 'ਚ ਵੀ ਮੈਨੂੰ ਕਹਿਣ 'ਚ ਕੋਈ ਸ਼ਰਮ ਨਹੀਂ ਕਿ ਜਵਾਕ ਵਿਆਹ ਕਰਾਉਣ ਸਾਰ ਕਹਿ ਦਿੰਦੇ ਆ ਮੈਂ ਅੱਡ ਰਹਿਣਾ ਗਾ, ਮੈਂ ਤੁਹਾਡੇ ਨਾਲ ਰਹਿ ਨਹੀਂ ਸਕਦਾ। ਤੇ ਜੇ ਮੈਨੂੰ ਪਤਾ ਹੋਵੇ, ਮੈਂ ਕਿਸੇ ਦੀ ਤਾਂ ਗੱਲ ਹੀ ਨਹੀਂ ਕਰਦਾ, ਮੈਨੂੰ ਪਤਾ ਹੋਵੇ ਕਿ ਜਵਾਕ ਮੇਰੇ ਨੇ ਵਿਆਹ ਕਰਾਉਣ ਸਾਰ ਮੈਨੂੰ ਅੱਡ ਕਰ ਦੇਣਾ ਗਾ, ਤੇ ਮੈਂ ਪੈਦਾ ਹੀ ਕਾਹਦੇ ਵਾਸਤੇ ਕਰਨਾ ਸੀਗਾ ਫਿਰ ਇਹਨੂੰ? ਮੈਂ ਉਹਨੂੰ ਪੈਦਾ ਇਸ ਕਰਕੇ ਨਹੀਂ ਕੀਤਾ ਕਿ ਉਹ ਮੇਰੀ ਸੇਵਾ ਕਰੇ, ਉਹ ਮੇਰਾ ਦੋਸਤ ਮਿੱਤਰ ਬਣ ਕੇ ਮੇਰੇ ਨਾਲ ਰਹੇ। ਅੱਜ ਖੁਸ਼ੀਆਂ ਬਣਾਊ ਕਿਹਦੇ ਨਾਲ? ਪਰਿਵਾਰ ਦੇ ਵਿੱਚ ਮਖੌਟੇ ਹੋ ਗਏ, ਉੱਤੋਂ ਲੋਕ ਹੱਸ ਰਹੇ ਆ, ਅੰਦਰੋਂ ਦੁਖੀ ਨੇ। ਹਜ਼ਾਰਾਂ ਬੰਦੇ, ਕੱਲਾ ਜਵਾਕ ਹੈ ਪਰਿਵਾਰ 'ਚ, ਤੇ ਮੋਟਰਸਾਈਕਲ ਲੈ ਕੇ ਚਾਹੇ ਆਪਦੇ ਪਿੰਡ ਦੀ ਫਿਰਨੀ ਤੋਂ ਸਬਜ਼ੀ ਲੈਣੀ ਗਿਆ, ਤੇ ਘਰੇ ਬਜ਼ੁਰਗ ਦੀ ਜਾਨ ਸੁੱਕੀ ਜਾਂਦੀ, ਅੱਧਾ ਘੰਟਾ ਆਇਆ ਨਹੀਂ ਗਾ। ਇਹ ਚੀਜ਼ ਨੇ ਵੀ ਸਾਡਾ ਬੇੜਾ ਗਰਕ ਕਰਕੇ ਧਰਤਾ। ਜਿਹੜਾ ਕੱਲਾ ਨਿਆਣਾ ਸੀ, ਹੁਣ 5-4 ਨਿਆਣੇ, ਤੇ ਦੇ ਕੇ ਦਿਖਾਵੇ ਤਾਂ ਜਵਾਕ ਧਮਕੀ ਮਾੜਾ ਜਿਹਾ ਬੀਬੀ ਨੂੰ ਵੀ ਮੈਂ ਘਰੋਂ ਚੱਲਿਆ, ਉਹਨੇ 4 ਮਾਰਨੇ, ਛਿੱਤਰ ਵੀ ਕੱਢੋ ਘਰੋਂ, ਇਹਨੂੰ ਆਪੇ ਆਜੂ ਧੱਕੇ ਖਾ ਕੇ, ਕਿਉਂਕਿ 4 ਹੋਰ ਹੈਗੇ ਆ। ਜਿਹੜਾ ਕੱਲਾ ਨਿਆਣਾ ਅਸੀਂ ਪੈਦਾ ਕੀਤਾ, ਇਹਨੇ ਵੀ ਸਾਨੂੰ ਸਹਿਮਤ ਕਰਤੀ। ਸਾਡੇ ਪਰਿਵਾਰ ਸਹਿਮ ਗਏ। ਬਜ਼ੁਰਗਾਂ ਦੇ ਜਿਹਦੇ 20 ਸਾਲ ਬਾਅਦ ਕੱਲਾ ਨਿਆਣਾ ਹੋਇਆ, ਉਹਨਾਂ ਦੀ ਜਾਨ ਉਹਦੇ ਵਿੱਚ ਪਈ ਆ, ਉਹ ਸਹਿਮੀ ਜਾਂਦਾ, ਤੇ ਨਿਆਣਾ ਬਲੈਕਮੇਲ ਕਰਕੇ ਪੈਸੇ ਖਰਾਬ ਕਰੀ ਜਾਂਦਾ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦੀ ਗੱਲ ਦੱਸਦਾ। ਜਿਹੜੇ ਲੋਕ ਪਰਮਾਤਮਾ ਨੂੰ ਨਹੀਂ ਨਾ ਮੰਨਦੇ, ਉਹਨਾਂ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅਸੀਂ ਜੇ ਪਰਮਾਤਮਾ ਦਾ ਕੰਮ ਕਰ ਸਕਦੇ ਹੁੰਦੇ ਤੇ ਫਿਰ ਸਾਡੇ ਸਾਰੇ ਕੀਤੇ ਕਾਰਜ ਆਪਣੇ ਆਪ ਰਾਸ ਕਰ ਲੈਂਦੇ। ਅਸੀਂ ਜਦੋਂ ਅਸੀਂ ਉਹਨੂੰ ਵਿੱਚ ਖੜਾ ਕੇ ਕੰਮ ਕਰਾਂਗੇ ਨਾ, ਤੇ ਫਿਰ ਸਤਿਗੁਰੂ ਨੇ ਬਲ ਬਖਸ਼ਣਾ ਗਾ। ਸੇਮ ਕੰਮ ਔਰਤਾਂ ਦੇ ਅੰਦਰ ਆ। ਅੱਜ ਔਰਤਾਂ ਨੂੰ ਇੰਨੀਆਂ ਵੱਡੀਆਂ ਪ੍ਰੋਬਲਮਾਂ, ਹਰ ਕਾਲੇ ਬੰਦੇ ਨੂੰ ਚਿੱਟੀ ਜਨਾਨੀ ਚਾਹੀਦੀ ਹੈ, ਠੀਕ ਆ, ਪਹਿਲਾ ਰੋਗ ਹੈ। ਸੁੰਦਰਤਾ ਹਰੇਕ ਜਨਾਨੀ ਦੇ ਅੰਦਰ ਹੋਣੀ ਚਾਹੀਦੀ ਹੈ, ਪਰ ਸੁੰਦਰਤਾ ਚਿਹਰੇ ਦੇ ਨਾਲ ਉਹਦੇ 'ਚ ਗੁਣ ਸੁੰਦਰ ਹੋਣੇ ਚਾਹੀਦੇ ਆ। ਦੂਸਰੇ ਨੰਬਰ 'ਤੇ ਅੰਦਰੋਂ ਅੰਦਰ ਹੀ ਜਦੋਂ ਔਰਤਾਂ ਝੋਰੇ ਵਾਂਗੂ ਲੱਗ ਗਿਆ, ਝੋਰਾ ਸੁਭਾਅ ਚੰਗਾ ਨਹੀਂ ਗਾ, ਗਾਲਾਂ, ਪਰਿਵਾਰ ਦੇ ਵਿੱਚ ਕਲੇਸ਼ ਹੈ, ਲੜਾਈ ਹੈ। ਇਸ ਤੋਂ ਇਲਾਵਾ ਵੱਡਾ ਮਾਨਸਿਕ ਰੋਗੀ ਹੈ ਕਿ ਜਿਹੜੇ ਤਾਨੇ ਮਿਹਣੇ ਆ। ਮੈਨੂੰ ਕੈਨੇਡਾ, ਅਮਰੀਕਾ, ਬਾਹਰਲੀਆਂ ਕੰਟਰੀਆਂ ਤੋਂ ਕੋਈ ਮੈਨੂੰ ਇਹ 'ਚ ਕਹਿਣ 'ਚ ਸ਼ਰਮ ਨਹੀਂ, ਐਸੀਆਂ ਧੀਆਂ ਭੈਣਾਂ ਦੇ ਫੋਨ ਆਉਂਦੇ ਆ ਕਿ ਮੇਰੇ ਫਾਦਰ ਨੇ ਜੀ 25 ਲੱਖ ਲੈ ਕੇ ਮੇਰਾ ਵਿਆਹ ਕਰਤਾ ਸੀਗਾ, ਮੈਂ ਤਾਂ ਕੈਨੇਡਾ ਆ ਗਈ, ਪਰ ਅੱਜ ਮੇਰਾ ਘਰ ਵਾਲਾ ਮੈਨੂੰ ਜਿੱਥੇ ਬਹਿੰਦਾ ਉੱਥੇ ਹੀ ਸੁਣਾਈ ਜਾਂਦਾ ਗਾ
ਵੀ 25 ਲੱਖ ਲਾ ਕੇ ਤੈਨੂੰ ਲਿਆਂਦਾ ਸੀਗਾ ਇੱਥੇ। ਹੁਣ ਇਹਨੂੰ ਕੀ ਸਮਝੀਏ ਕਿ ਅਸੀਂ ਮੁੱਲ ਪਾਤਾ ਆਪਦੀ ਬੇਟੀ ਦਾ। ਔਰ ਦੇਖੋ ਕੁਦਰਤ ਦਾ ਨਾ ਕੰਮ ਬੜਾ, ਜਿਹੜਾ ਕੁਦਰਤ ਆ, ਜਿਹੜਾ ਬੰਦਾ ਕੁਦਰਤ ਤੋਂ ਵਿਪਰੀਤ ਫਾਰੂਕੀ ਸਾਹਿਬ ਜਾਂਦਾ ਗਾ ਨਾ, ਫਿਰ ਉਹਨੂੰ ਕੁਦਰਤ ਦੀ ਚਪੇੜ ਕਿਵੇਂ ਪੈਂਦੀ ਆ। ਅੱਜ ਤੱਕ ਰੌਲਾ ਕੀ ਪੈਂਦਾ ਰਿਹਾਗਾ ਵੀ ਧੀਆਂ ਦੀ ਕਦਰ ਨਹੀਂ ਪੈਣੀ, ਧੀਆਂ ਪੈਦਾ ਨਹੀਂ ਕਰਨੀਆਂ ਚਾਹੀਦੀਆਂ, ਇਹਨਾਂ ਦੀ ਬੇਕਦਰੀ ਹੋ। ਇਹੀ ਗੱਲ ਸੁਣਦੇ ਰਹੇ ਆ ਪਿਛਲੇ ਯੁੱਗ 'ਚ। 20-25 ਸਾਲ ਲੋਕਾਂ ਨੇ ਬੜਾ ਨਾਅਰਾ ਲਾਇਆ ਵੀ ਕੁੜੀਆਂ ਨੂੰ ਮਾਰ ਦਿੰਦੇ ਆ, ਸਾੜ ਦਿੰਦੇ ਆ ਜੀ, ਮਚਾ ਦਿੰਦੇ ਆ ਜੀ, ਦਾਜ ਦੇ ਚੱਕਰ 'ਚ ਕੁੜੀਆਂ ਮਾਰਦੇ ਰਹੇ ਆ। ਹੁਣ ਕੁਦਰਤ ਨੇ ਕੰਮ ਉਹ ਕਰਨਾ ਜਦੋਂ ਬਹੁਤੀ ਅੱਤ ਚੱਕ ਲੈਂਦੇ। ਅੱਤ ਤੇ ਅੰਤ ਦਾ ਵੈਰ ਹੈ। ਜਿਨ੍ਹਾਂ ਨੇ ਬਹੁਤੀ ਅੱਤ ਚੱਕੀ, ਕੁੜੀਆਂ ਮਾਰੀਆਂ, ਹੋਰ ਕਰਦੀਆਂ, ਬੜਾ ਸਮਾਜ 'ਚ ਇਹ ਕੰਮ ਆ ਗਿਆ। ਅੱਜ ਸਮਾਜ ਦਾ ਕੰਮ ਉਲਟ ਹੋ ਗਿਆ। ਅੱਜ ਮੇਰੇ ਵਰਗੇ ਮੌਲੂ ਜੇ ਨੂੰ, ਜਿਹੜੇ ਨੂੰ ਪੜ੍ਹਨਾ ਨਹੀਂ ਆਉਂਦਾ, ਕੁੜੀ ਲੱਭਦਾ ਫਿਰਦਾ ਵੀ 25-30 ਲੱਖ ਲੈ ਲਓ, ਰਿਸ਼ਤਾ ਕਰਾ ਦਿਓ ਯਾਰ, ਮੈਂ ਕੈਨੇਡਾ ਜਾਣਾ। ਜਿਹਦੀ ਕਦਰ ਉਹ ਪਾਉਣ ਤੇ ਆ ਜੇ, ਫਿਰ ਉਹਦੀ ਬੇਕਦਰੀ ਕਿਵੇਂ ਕੋਈ ਕਰ ਸਕਦਾ ਹੈ। ਜਿਹੜੇ ਧੀਆਂ ਨੂੰ ਮਾਰਦੇ ਸੀ ਉਹ ਕਹਿੰਦੇ ਯਾਰ ਜਿਹੋ ਜੀ ਟੇਢੀ ਮੇਢੀ ਮਿਲਦੀ ਹੈ ਤੁਸੀਂ ਦੇ ਦਿਓ ਜੀ, ਸਾਡੇ ਵਾਲੇ ਝੋਲੂ ਰਾਮ ਨੂੰ ਕੈਨੇਡਾ ਲੈ ਜੂਗੀ, ਰਿਸ਼ਤਾ ਕਰਾ ਦਿਓ। ਤੁਸੀਂ ਦੇਖੋ ਵੀ ਕਿਵੇਂ ਕੁਦਰਤ ਨੇ ਆਪਣਾ ਸੰਵਿਧਾਨ ਬਦਲਤਾ ਹੈ ਨਾ ਜੀ। ਇਸ ਕਰਕੇ ਉਸ ਦਾਤੇ ਤੋਂ ਡਰ ਲੱਗਦਾ ਹੈ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਔਰਤਾਂ ਦੀ ਬੇਕਦਰੀ ਹੈ, ਪਰ ਟਾਈਮ ਪੈ ਕੇ ਜਿਹੜੀਆਂ ਧੀਆਂ, ਮੈਂ ਬੜੀ ਵਾਰ, ਇੱਕ ਵਾਰੀ ਤੁਹਾਡੇ ਇੰਟਰਵਿਊ 'ਚ ਵੀ ਦੱਸਿਆ, ਸਾਡੇ ਵੀ ਰਿਸ਼ਤੇਦਾਰੀ 'ਚ ਇੱਕ ਸਾਡੇ ਭੈਣ ਜੀ ਸੀਗੇ, ਅਤੇ ਉਹਨਾਂ ਦੇ 3 ਬੇਟੀਆਂ ਹੋ ਗਈਆਂ। ਬੜੀਆਂ ਗਾਲਾਂ ਉਹਨਾਂ ਦੀ ਸੱਸ ਨੇ ਕੱਢਣੀਆਂ। ਮੈਂ ਵੀ ਉਹਨਾਂ ਦੇ ਪਰਿਵਾਰ ਦੇ ਬੜਾ ਨੇੜੇ ਰਿਹਾਂਗਾ, ਪਰ ਅੰਤ ਸਮਾਂ ਸਾਡੇ ਉਹ ਮਾਤਾ ਜੀ ਨੂੰ ਉਹਨਾਂ ਨੇ ਸਾਂਭਿਆ, ਕਿਉਂਕਿ ਕੁਦਰਤ ਨੇ ਜਿਹੜਾ ਕਸ਼ਟ ਤੁਸੀਂ ਬੀਜ ਰਹੇ ਹੋ ਉਹਦੇ ਤੋਂ ਉਲਟ ਨਹੀਂ ਜਾ ਸਕਦਾ। ਅੱਜ ਔਰਤਾਂ ਦੇ ਅੰਦਰ ਇਸ ਕਰਕੇ ਬਹੁਤ ਵੱਡੀਆਂ ਪ੍ਰੋਬਲਮਾਂ ਨੇ। ਵੈਸੇ ਇੱਕ ਵੱਡਾ ਸਵਾਲ ਇੱਥੇ ਇਹ ਹੈ, ਗੱਲ ਆਪਾਂ ਮਾਨਸਿਕਤਾ ਦੀ ਕਰਦੇ ਹਾਂ, ਨਿਰਾਸ਼ ਮਾਨਸਿਕਤਾ ਦੀ ਗੱਲ ਆਪਾਂ ਇੱਥੇ ਕਰ ਰਹੇ ਹਾਂ ਕਿ ਖੁਸ਼ੀ ਵਿੱਚ ਵੀ ਖੁਸ਼ੀ ਨਹੀਂ ਹੁੰਦੀ, ਤੇ ਮਾਵਾਂ ਦੀ ਗੱਲ ਕਰਦੇ ਹਾਂ। ਫਿਰ ਇਹਦਾ ਸਰੀਰ ਨਾਲ ਕੀ ਲੈਣਾ ਦੇਣਾ ਜੀ? ਵੀਰ ਜੀ, ਤੁਹਾਡੇ ਨਾ ਇੱਕ ਡੋਪਾਮਾਈਨ ਦੇ ਹਾਰਮੋਨਸ ਹੁੰਦੇ ਆ। ਤੁਸੀਂ ਮੰਨ ਸਕਦੇ ਹੋ ਵੀ ਸਿਰਫ ਤੁਹਾਨੂੰ ਹੌਲ ਪਿਆ ਤੇ ਡੇਟ ਆ ਗਈ। ਤੁਸੀਂ ਇਹ ਦੇਖੋ ਵੀ ਸਿਰਫ ਔਰਤ ਨੂੰ ਡਰ ਲੱਗਿਆ ਤੇ ਉਹਨੂੰ ਮਾਹਵਾਰੀ ਆ ਗਈ, ਸਿਰਫ ਉਹਨੂੰ ਸਹਿਮ ਗਈ ਤੇ ਮਾਹਵਾਰੀ ਆ ਗਈ। ਜਿਹੜੇ ਪਰਿਵਾਰਾਂ ਦੇ ਅੰਦਰ ਬੱਚੇ ਸਹਿਮ ਦੇ ਰੋਗ ਨੇ, ਉਹਨਾਂ ਨੂੰ ਮਾਹਵਾਰੀ ਬੰਦ ਵੀ ਹੋ ਜਾਂਦੀ ਹੈ। ਹਜ਼ਾਰਾਂ ਬੇਟੀਆਂ ਸਾਡੇ ਕੋਲ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਘਰ ਦੇ ਪਰਿਵਾਰ ਦਾ ਸੁਭਾਅ ਚੰਗਾ ਨਹੀਂ ਸੀਗਾ, ਤੇ ਉਹਨਾਂ ਨੂੰ ਮਾਹਵਾਰੀ ਬੰਦ ਹੋ ਗਈ, PCOD ਹੋ ਗਈ, ਡੇਟ ਹੀ ਨਹੀਂ ਆਉਂਦੀ, ਤੇ ਅੱਜ ਉਹ ਦਵਾਈ ਲੈ ਕੇ ਡੇਟ ਆਉਂਦੀ ਹੈ। ਹਜ਼ਾਰਾਂ ਪਰਿਵਾਰਾਂ ਦੇ ਵਿੱਚ ਪਰਿਵਾਰ 'ਚ ਖੁਸ਼ੀ ਨਹੀਂ ਸੀ, ਬੱਚੇ ਨੂੰ ਐਕਸੈਪਟ ਨਹੀਂ ਕੀਤਾ। ਜਿਨ੍ਹਾਂ ਦੇ 2-3 ਕੁੜੀਆਂ ਹੋ ਗਈਆਂ, ਕੁੜੀ ਨੂੰ ਮਿਹਣੇ ਮਾਰਦੇ ਰਹੇ, ਉਸ ਬੱਚਿਆਂ ਦੀ ਗਰੋਥ ਹੀ ਨਹੀਂ ਹੋ ਪਾਈ। ਹਜ਼ਾਰਾਂ ਲੜਕੀਆਂ ਨੂੰ ਪ੍ਰੋਬਲਮ ਆ ਕਿ ਉਹਨਾਂ ਨੂੰ PCOD ਦੇ ਨਾਲ ਫੰਗਲ ਇਨਫੈਕਸ਼ਨ ਹੋ ਗਈ, ਵਿਜ਼ਾਈਨਲ ਇਨਫੈਕਸ਼ਨ ਹੋ ਗਈ। ਦੂਸਰੀ ਗੱਲ ਇੱਕ ਮੈਂ ਲੋਕਾਂ ਨੂੰ ਦੱਸਣੀ ਚਾਹੁੰਦਾ ਕਿ ਅੱਜ ਡਾਇਆ ਤੇ ਯੂਰੀਏ ਦਾ ਦੁੱਧ, ਜਿਹੜੇ ਲੋਕ ਪੀਰੀਅਡਸ ਦੇ ਵਿੱਚ, ਖਾਸ ਕਰਕੇ ਡੇਟ ਟਾਈਮ ਦੇ ਵਿੱਚ ਜਿਹੜੇ ਲੋਕ ਦੁੱਧ ਪੀਂਦੇ ਆ, ਉਹਨਾਂ ਨੂੰ ਰਸੌਲੀ ਤੇ ਹਰਨੀਆਂ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਹਜ਼ਾਰਾਂ ਸਾਡੀਆਂ ਧੀਆਂ ਭੈਣਾਂ ਨੂੰ ਰਸੌਲੀਆਂ ਨੇ, ਹਜ਼ਾਰਾਂ ਨੂੰ ਹਰਨੀਆਂ ਨੇ। ਜਾਂ ਤਾਂ ਉਹਨਾਂ ਨੂੰ ਲਗਾਤਾਰ ਬਲੀਡਿੰਗ ਹੋਈ ਜਾਂਦੀ ਹੈ, ਤੇ ਜਾਂ ਬਲੀਡਿੰਗ ਹੁੰਦੀ ਨਹੀਂ ਤੇ ਦਵਾਈ ਲੈ ਕੇ ਡੇਟ ਆਉਂਦੀ ਹੈ। ਹੁਣ ਤੁਸੀਂ ਦੇਖੋ ਵੀ ਹੌਲ ਪਿਆ ਤੇ ਡੇਟ ਆ ਗਈ, ਇਹ ਵੀ ਪ੍ਰੋਬਲਮ ਆ। ਲਕੋਰੀਆ, ਹਜ਼ਾਰਾਂ ਲੇਡੀਜ਼ ਨੂੰ ਨੇ ਪੀਰੀਅਡਸ ਨਹੀਂ ਆ ਰਹੇ, ਉਹਦੇ ਨਾਲ ਲਕੋਰੀਆ ਹੈਗਾ। ਲਕੋਰੀਆ ਕਰਕੇ ਚਿਹਰੇ 'ਤੇ ਛਾਈਆਂ ਪਈ ਜਾਂਦੀਆਂ ਨੇ। ਚਿਹਰੇ ਤੋਂ ਲੇਡੀਜ਼ ਦੇ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਕਿਹੜੀਆਂ ਪ੍ਰੋਬਲਮਸ ਨੇ। ਬੰਦਾ ਕਾਮ ਚਿੰਤਨ ਹੋਵੇ, ਕਾਮ ਦੀ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬੰਦਾ ਕਾਮ ਚਿੰਤਨ ਹੋਵੇ ਤੇ ਚਿਹਰੇ 'ਤੇ ਛਾਈਆਂ ਨੇ। ਔਰਤ ਨੂੰ ਲਕੋਰੀਆ ਹੋਵੇ ਤੇ ਚਿਹਰੇ 'ਤੇ ਛਾਈਆਂ ਨੇ, ਡਾਰਕ ਸਰਕਲ ਨੇ। ਸੁਭਾਅ ਬੜਾ ਇਸ ਚੀਜ਼ 'ਤੇ ਰਹਿੰਦਾ। ਜਿਹੜੀਆਂ ਲੇਡੀਜ਼ ਬਹੁਤ ਜ਼ਿਆਦਾ ਠੰਡੇ ਸੁਭਾਅ ਦੀਆਂ ਨੇ, ਉਹਨਾਂ ਦੇ ਚਿਹਰੇ 'ਤੇ ਰੌਣਕ ਜ਼ਿਆਦਾ ਰਹਿਣੀ ਹੈ, ਚਮਕ ਜ਼ਿਆਦਾ ਰਹਿਣੀ ਹੈ। ਮਿਹਦਾ ਜਿਨ੍ਹਾਂ ਦਾ ਬਰਦਾਸ਼ਤ ਦਾ ਵੱਡਾ, ਜਿਨ੍ਹਾਂ ਦੇ ਹਾਜ਼ਮੇ ਵੱਡੇ ਆ, ਉਹਨਾਂ ਦੇ ਚਿਹਰੇ ਦੇ ਉੱਤੇ ਤੁਸੀਂ ਕਦੇ ਵੀ ਧੱਬੇ ਨਹੀਂ ਦੇਖੋਗੇ। ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਸਾਈਕੋ ਪੜ੍ਹਦੇ ਹੋ, ਪੇਸ਼ੈਂਟ ਦੇ ਨਾਲ ਗੱਲ ਕਰਦੇ ਹੋ, ਜਦੋਂ ਉਹਨਾਂ ਦੋਨਾਂ ਚੀਜ਼ਾਂ ਦਾ ਤਾਲਮੇਲ ਕਰਕੇ ਦੇਖਦੇ ਹੋ, ਤੇ ਫਿਰ ਪਤਾ ਲੱਗਦਾ ਵੀ ਇਹ ਕਿਹੜੇ ਲੋਕ ਔਰਤਾਂ ਦੀ ਬਿਮਾਰੀਆਂ ਦੇ ਨਾਲ ਗ੍ਰਸੇ ਹੋਏ ਆ ਜੀ। ਜਿਹੜਾ ਪਰਿਵਾਰਿਕ ਲਾਈਫ ਦੇ ਉੱਤੇ ਵੀ ਕੋਈ ਅਸਰ ਪੈਂਦਾ ਜੀ? ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ, ਇੱਦਾਂ ਦੀ ਜਿਹੜੀਆਂ ਦਿੱਕਤਾਂ ਪਰੇਸ਼ਾਨੀ ਜਦੋਂ ਇੱਕ ਔਰਤ ਨੂੰ ਹੁੰਦੀ ਨੇ, ਪਰਿਵਾਰਿਕ ਜ਼ਿੰਦਗੀ ਦੇ ਉੱਤੇ ਵੀ ਅਸਰ ਪੈਂਦਾ ਫਿਰ ਇਹਦਾ? ਫਰੂਕੀ ਸਾਹਿਬ, ਪਰਿਵਾਰ ਦੇ ਉੱਤੇ ਮੇਰੇ ਕਿਸੇ ਦੋਸਤ ਦਾ ਮੈਨੂੰ ਫੋਨ ਆ ਜੇ, ਤੇ ਮੇਰੀ ਵਾਈਫ ਦਾ ਸੁਭਾਅ ਹੋਵੇ ਇਹੋ ਜਿਹਾ ਵੀ ਮਿੱਤਰ ਤੋਂ, ਅੱਜ ਕਿੰਨੇ ਕੁ ਦੋਸਤ ਮਿੱਤਰ ਆ ਜਿਹੜੇ ਇੱਕ ਦੂਜੇ ਦੇ ਘਰੇ ਖਾਣਾ ਖਾ ਸਕਦੇ। ਮੇਰੇ ਨਾਲ ਦੇ ਪੜ੍ਹਦੇ, ਅਸੀਂ ਇਕੱਠੇ ਘਰ ਖਾਣਾ ਖਾਂਦੇ ਰਹੇ ਹਾਂ, ਦੋਸਤਾਂ ਮਿੱਤਰਾਂ ਦੇ ਘਰੇ ਰਾਤ ਕੱਟਦੇ ਰਹੇ ਹਾਂ।
ਯਾਰਾਂ ਦੋਸਤਾਂ ਦੇ ਘਰੇ ਰੋਟੀ ਬਣ ਕੇ ਆਉਣੀ, ਕਿਸੇ ਦੇ ਘਰੋਂ ਰੋਟੀ, ਕਿਸੇ ਦੀ ਮੋਟਰ 'ਤੇ ਚਲੇ ਜਾਣਾ, ਕਿਸੇ ਦੇ ਖੇਤ ਚਲੇ ਜਾਣਾ ਵੀ ਨਹੀਂ ਯਾਰ ਉਹਨਾਂ ਦੇ ਫਲਾਨਿਆਂ ਦੇ ਰੋਟੀ ਬਣੀ ਆ। ਅੱਜ ਕਿੰਨੇ ਕੁ ਸਾਡੇ ਜਵਾਕਾਂ ਕੋਲੇ ਦੋਸਤ ਆ, ਕਿੰਨੇ ਕੁ ਦੋਸਤ ਮਿੱਤਰ ਆ ਜਿਹੜੇ ਇੱਕ ਦੂਸਰੇ ਦੇ ਨਾਲ ਵਰਤ ਸਕਦੇ ਆ। ਕਿੰਨੇ ਕੁ ਸਾਡੀਆਂ ਭੈਣਾਂ ਕੋਲੇ ਇਹੋ ਜਿਹੀਆਂ ਸਹੇਲੀਆਂ ਨੇ ਜਿਹੜੀਆਂ ਭੈਣਾਂ ਦੇ ਵਾਂਗੂ ਚੁੰਨੀਆਂ ਵਟਾਉਂਦੀਆਂ ਹੋਣਗੀਆਂ। ਆਪਾਂ ਔਰਤਾਂ ਦੀ ਬਿਮਾਰੀ ਦੀ ਗੱਲ ਕਰੀਏ, ਅੱਜ ਉਹ ਸਿਸਟਮ ਹੀ ਚੇਂਜ ਹੋ ਗਿਆ। ਅੱਜ ਸਾਡੀਆਂ ਬੇਟੀਆਂ ਕਿਹਦੇ ਨਾਲ ਗੱਲ ਕਰਨ? ਅੱਗੇ ਪਰਦੇ ਢਕਣ ਵਾਲੇ ਲੋਕ ਸੀ। ਅਸੀਂ ਨਾ ਸਿੱਖੀ ਧਰਮ ਦੇ ਵਿੱਚ ਜਦੋਂ ਗੁਰੂ ਮਹਾਰਾਜ ਦਾ ਨਾਂ ਲੈਂਦੇ ਹਾਂ ਅਤੇ ਤੁਸੀਂ ਫਰੂਕੀ ਸਾਹਿਬ ਇੱਕ ਨਾ ਅਰਦਾਸ ਬੰਦਾ ਕਰਦਾ ਕਿ ਦੇਖ ਕੇ ਅਣਡਿੱਠ ਕੀਤਾ। ਇਹ ਐਸਾ ਗੁਰੂ ਮਹਾਰਾਜ ਦਾ ਪ੍ਰਵਚਨ ਆ, ਸ਼ਬਦ ਹੈ, ਔਰ ਬੜਾ ਅਨਮੁੱਲਾ ਸ਼ਬਦ ਹੈ ਕਿ ਤੁਸੀਂ ਕਿਸੇ ਦੇ ਬਾਰੇ ਕੁਛ ਦੇਖ ਵੀ ਲਿਆ ਨਾ ਜੇ ਤੇ ਅਣਦੇਖਿਆ ਕਰ ਦੇਣਾ, ਦੇਖ ਕੇ ਵੀ ਅਣਡਿੱਠਾ ਕਰਤਾ। ਤੇ ਅੱਜ ਤਾਂ ਤੁਸੀਂ ਕੰਨਾਂ ਤੋਂ ਸੁਣ ਕੇ ਲੋਕਾਂ ਦੇ ਪਰਦੇ ਚੱਕੀ ਜਾਂਦੇ। ਪਰ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ, ਪਰ ਕਈ ਵਾਰ ਵੈਸੇ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਬਰਦਾਸ਼ਤ ਕਰਨ ਦੀਆਂ, ਤੇ ਜਿਹੜਾ ਮਰਦ ਵਰਗ ਹੈਗਾ ਉਹਦਾ ਫਾਇਦਾ ਵੀ ਤਾਂ ਫਿਰ ਬੜਾ ਚੱਕ ਸਕਦਾ ਹੈ। ਜਿਹੜੇ ਮਰਦ ਸ਼ਬਦ ਆ ਨਾ ਜੀ, ਮਰਦ ਤੇ ਔਰਤ ਦੇ ਵਿੱਚ ਸਹਿਣਸ਼ੀਲਤਾ ਦਾ ਮਾਦੇ ਦਾ ਬਹੁਤ ਫਰਕ ਆ। ਔਰਤ ਜਿੱਡਾ ਮਾਦਾ ਬੰਦੇ 'ਚ ਨਹੀਂ ਹੈਗਾ। ਬੰਦੇ ਦੇ ਹਾਰਮੋਨਸ ਜਿਹੜੇ ਨੇ ਉਹ ਰਿਊਂਡਸ ਕਰਦੇ ਆ, ਔਰਤ ਦੇ ਹਾਰਮੋਨਸ ਅੰਦਰ ਰੁਕਦੇ ਆ। ਔਰਤ ਨੂੰ ਪਤਾ ਲੱਗ ਗਿਆ ਵੀ 4 ਜਣੇ ਘਰੇ ਬੈਠੇ ਆ ਤੇ 4 ਬੰਦਿਆਂ ਦੇ ਵਿੱਚ ਤੁਹਾਡੇ ਨਾਲ ਲੜ ਕੇ ਔਰਤ ਲੜੀ ਹੋਵੇ 5 ਮਿੰਟ ਪਹਿਲਾਂ, ਤੇ ਤੁਹਾਡੇ ਨਾਲ ਲੜੀ ਹੋਣ ਤੋਂ ਬਾਅਦ ਵੀ ਉਹਨੇ 4 ਬੰਦੇ ਪ੍ਰਾਹੁਣੇ ਆਏ ਹੁਣ ਤੇ ਉਹਨੇ ਰੋਟੀ ਬਣਾਉਣ ਲੱਗ ਜਾਣਾ ਗਾ। ਇਹ ਮਾਦਾ ਉਹਦਾ ਬਰਦਾਸ਼ਤ ਦਾ ਮਾਦਾ ਗਾ। ਅੱਜ ਦੇ ਟਾਈਮ ਦੇ ਵਿੱਚ ਉਹ ਸੰਸਕਾਰ ਜਿਹੜੇ ਸਾਡੇ 'ਚ ਆਉਂਦੇ ਸੀ, ਸਾਡੀਆਂ ਪੁਰਾਣੀਆਂ ਮਾਵਾਂ ਨੂੰ ਬਿਮਾਰੀਆਂ ਨਾ ਲੱਗਣ ਦਾ ਕਾਰਨ ਕੀ ਸੀਗਾ? ਸਹਿਣਸ਼ੀਲਤਾ ਬਹੁਤ ਜ਼ਿਆਦਾ ਸੀਗੀ ਉਹਨਾਂ 'ਚ, ਹਾਰਮੋਨਸ ਇਨਬੈਲੈਂਸ ਨਹੀਂ ਸੀ ਹੁੰਦੇ। ਫਿਰ ਜਿਹੜੀ ਗੱਲ ਉਹਨਾਂ ਨੇ ਕਰਨੀ, ਆਪਣੀਆਂ ਮਾਵਾਂ ਨੂੰ ਛੱਡ ਕੇ ਹਰੇਕ ਗੱਲ ਸੱਸ ਨਾਲ ਸਾਂਝੀ ਕਰਨੀ। ਸੱਸਾਂ ਮੈਂ ਇਹੋ ਜਿਹੀਆਂ ਮਾਵਾਂ ਨੂੰ ਦੇਖਿਆ ਗਾ ਜਿਨ੍ਹਾਂ ਦੀਆਂ ਸੱਸਾਂ ਬਜ਼ੁਰਗ ਹੋ ਗਈਆਂ। ਮੇਰੇ ਕੋਲ ਇੱਕ ਪੇਸ਼ੈਂਟ ਦਵਾਈ ਲੈਣ ਆਏ, 80 ਸਾਲ ਦੀ ਲੇਡੀ ਉਹਨਾਂ ਦੀ ਸੱਸ, ਅਤੇ 60 ਸਾਲ ਦੀ ਉਹਨਾਂ ਦੀ, ਮੇਰੇ ਖਿਆਲ 50 ਸਾਲ ਦੀ ਉਮਰ ਹੋਣੀ ਹੈ ਬੀਬੀ ਦੀ, 50-55 ਸਾਲ ਦੀ। ਅਤੇ ਉਹ ਉਹਨਾਂ ਦੇ ਮਾਤਾ ਜੀ, ਜਿੰਨਾ ਚਿਰ ਮੈਂ ਉਹਨਾਂ ਨੂੰ ਦਵਾਈ ਦੀ ਗੱਲ ਕਰਦਾ ਰਿਹਾ, ਉਹ ਕੁਰਸੀ 'ਤੇ ਨਾ ਬੈਠਣ। ਮੈਂ ਕਿਹਾ ਬੀਬੀ ਜੀ ਤੁਸੀਂ ਬਹਿ ਜਾਣਾ ਸੀ। ਕਹਿੰਦੇ ਨਹੀਂ ਬੀਬੀ ਜੀ ਬੈਠੇ ਆ ਨਾ ਮੇਰੇ, ਇਸ ਕਰਕੇ ਮੈਂ ਇਹਨਾਂ ਦੇ ਕੋਲ ਖੜ੍ਹੇ ਰਹਿਣਾ। ਮੈਂ ਉਹਨਾਂ ਨੂੰ ਦੇਖ ਕੇ ਮੈਂ ਕਿਹਾ ਜੀ ਵੀ ਤੁਸੀਂ ਕੁਰਸੀ 'ਤੇ ਵੀ ਨਹੀਂ ਬਹਿੰਦੀ। ਕਹਿੰਦੇ ਜੀ ਮੇਰੀ ਮਾਂ ਨੇ ਜਿੱਦਾਂ ਇਹਨਾਂ ਦੇ ਲੜ ਲਾਇਆ ਸੀ ਨਾ, ਤੇ ਇਹ ਕਿਹਾ ਸੀਗਾ ਵੀ ਮੈਨੂੰ ਮਾਂ ਨਾ ਸਮਝੀ, ਇਹੀ ਮਾਂ। ਅਤੇ ਮੇਰੇ ਅੰਦਰ ਆਫਿਸ 'ਚ 5-6 ਕੁਰਸੀ, ਮੈਂ ਕਿਹਾ ਬੀਬੀ ਨਾਲ ਦੀ ਕੁਰਸੀ 'ਤੇ ਬਹਿ ਜਾਓ। ਕਹਿੰਦੀ ਨਾ, ਮੈਂ ਅੱਜ ਤੱਕ ਜਿੱਥੇ ਮੇਰੀ ਸੱਸ ਬਹਿ ਗਈ ਮੈਂ ਬਰਾਬਰ ਨਹੀਂ ਬੈਠੀ। ਹੁਣ ਇਹੋ ਜਿਹੀ ਮਾਂ ਅਸੀਂ ਕਿੱਥੋਂ ਲਿਆ ਸਕਦੇ ਹਾਂ? ਇਹ ਸੰਸਕਾਰ ਅਸੀਂ ਕਿੱਥੋਂ ਲਿਆ ਸਕਦੇ ਹਾਂ? ਇਹ ਸੰਸਕਾਰ ਜਦੋਂ ਅਸੀਂ ਪੈਦਾ ਕਰਨੇ ਪੈਣ। ਅੱਜ ਬੰਦਾ ਆਪਣੀ ਵਾਈਫ ਨਾਲ ਨਫ਼ਰਤ ਕਿਉਂ ਕਰ ਰਿਹਾ? ਉਹਨੂੰ ਪਤਾ ਲੱਗ ਗਿਆ ਵੀ ਜਦੋਂ ਮੈਨੂੰ ਕਹਿੰਦੀ ਹੈ ਮੇਰੀ ਮਾਂ ਬਾਰੇ, ਉਹ ਜਿਹੜੀ ਮਾਂ ਨੇ ਮੈਨੂੰ ਪੈਦਾ ਕੀਤਾ, ਹੁਣ ਮੈਂ ਉਹਨੂੰ ਕਿਵੇਂ ਤੁਸ਼ਕਾਰਦਾ? ਮੈਂ ਕਹਿੰਦਾ ਹਜ਼ਾਰਾਂ ਮਾਵਾਂ ਦੇ ਸੁਭਾਅ ਗਰਮ ਹੋ ਸਕਦੇ ਆ, ਪਰ ਜਦੋਂ ਤੁਸੀਂ ਉਹਦੇ ਬੇਟੇ ਨੂੰ ਕਹੋਗੇ, ਉਹਦੇ ਬੇਟੇ ਨੂੰ ਤਾਂ ਪਤਾ ਨਾ ਮੇਰੀ ਮਾਂ। ਲੇਕਿਨ ਇਹੋ ਜਿਹੀਆਂ ਵੀ ਮਾਵਾਂ ਹੈਗੀਆਂ ਨੇ ਜਿਨ੍ਹਾਂ ਨੇ ਆਪਦੇ ਬੇਟਿਆਂ ਨੂੰ ਕਹਿਤਾ ਵੀ ਤੂੰ ਪੁੱਤ ਆਪਦੀ ਜ਼ਿੰਦਗੀ 'ਚ ਖੁਸ਼ ਰਹਿ, ਕੋਈ ਗੱਲ ਨਹੀਂ, ਮੇਰਾ ਜਿਹੜਾ ਕੁਛ ਹੁੰਦਾ ਹੋ ਜੇ। ਇਹ ਬਹੁਤ ਵੱਡੇ ਕਾਰਨ ਔਰਤਾਂ ਦੇ ਰੋਗਾਂ ਦੇ ਨਾਲ ਰਿਲੇਟਡ ਨੇ, ਕੋ-ਰਿਲੇਟਡ ਆ। ਸਾਡੀਆਂ ਮਾਵਾਂ ਨੇ 4-4 ਸਾਲ ਦੁੱਧ ਚੁੰਘਾਇਆ। ਹੁਣ ਸਮਾਜ ਨੂੰ ਮੇਰਾ ਇੱਕ ਸਵਾਲ ਆ, ਲੋਕਾਂ ਨੂੰ, ਸਾਨੂੰ ਐਸੀਆਂ ਮਾਵਾਂ ਅੱਜ ਮਿਲ ਗਈਆਂ ਜਿਹੜੀਆਂ 4 ਸਾਲ ਤੱਕ ਨਿਆਣੇ ਨੂੰ ਔਰ ਤੁਸੀਂ ਹੈਰਾਨ ਹੋ ਜਾਓਗੇ, ਜਿਹੜੀਆਂ ਔਰਤਾਂ ਕਹਿੰਦੀਆਂ ਵੀ ਸਾਡੇ ਬ੍ਰੈਸਟ ਦਾ ਸਾਈਜ਼ ਛੋਟਾ ਵੱਡਾ ਹੋ ਜਾਂਦਾ, ਗਰੋਥ ਘਟਦੀ ਆ, ਹਾਰਮੋਨਸ ਘਟਦੇ ਆ। ਮੇਰੀ ਇਹ ਛੋਟੀ ਤੁੱਛ ਬੁੱਧੀ ਅਨੁਸਾਰ, ਜੋ ਮੇਰੀ ਆਪਣੀ ਰਿਸਰਚ ਆ, ਔਰਤ ਦੇ ਸਤਨ ਦੇ ਵਿੱਚ ਦੁੱਧ ਆਉਣਾ ਉਦੋਂ ਆ ਜਦੋਂ ਬੱਚੇ ਨੂੰ ਭੁੱਖ ਲੱਗਣੀ ਆ। ਹੁਣ ਉਸ ਦੁੱਧ ਨੂੰ ਤੁਸੀਂ ਪਿਆਉਣਾ ਨਹੀਂ, ਤੇ ਸਤਿਗੁਰੂ ਕਹਿੰਦੇ ਵੀ ਮੇਰਾ ਭੇਜਿਆ ਦੁੱਧ ਜੇ ਤੂੰ ਇਹਨੂੰ ਨਹੀਂ ਨਾ ਪਿਆਉਂਦੀ ਤੇ ਚੱਕ ਫਿਰ ਮੈਂ ਗੱਠ ਬਣਾਤੀ। ਅੱਜ ਹਜ਼ਾਰਾਂ ਔਰਤਾਂ ਦੀਆਂ ਬ੍ਰੈਸਟ ਕੱਟੀਆਂ ਜਾ ਰਹੀਆਂ ਨੇ। ਉਹਨੂੰ ਜਿਹੜੀ ਚੀਜ਼ ਨਹੀਂ ਪਾਉਂਦੀ, ਜੇ ਤੁਸੀਂ ਉਹ ਕੰਮ ਕਰੋਗੇ ਤੇ ਫਿਰ ਉਹ ਰਹਿਣ ਨਹੀਂ ਦਿੰਦਾ। ਸੋ ਫਿਰ ਇਹੀ ਕਾਰਨ ਹੈ ਜਿਹੜੀਆਂ ਇੱਦਾਂ ਦੀ ਜਦੋਂ ਸਿਚੁਏਸ਼ਨ ਬਣਦੀ ਹੈ, ਕਿਹੜੀਆਂ ਬਿਮਾਰੀਆਂ ਵੱਲ ਫਿਰ ਜਦੋਂ ਘਰਾਂ ਦੇ ਵਿੱਚ ਇਹ ਹਾਲਾਤ ਬਣਦੇ ਨੇ, ਜਾਂ ਜਾਣਬੁੱਝ ਕੇ ਬਣਾਏ ਜਾਂਦੇ ਨੇ, ਜਾਂ ਫਿਰ ਕ੍ਰੀਏਟ ਕੀਤੇ ਜਾਂਦੇ ਨੇ, ਤੇ ਫਿਰ ਕਿਹੜੀਆਂ ਬਿਮਾਰੀਆਂ ਨੇ ਵੈਦ ਜੀ ਜਿਨ੍ਹਾਂ ਨੂੰ ਔਰਤ ਆਪ ਸੱਦਾ ਦਿੰਦੀ ਹੈ ਘਰ ਦੇ ਵਿੱਚ, ਆਪਣੇ ਸਰੀਰ ਨੂੰ ਆਪ ਸੱਦਾ ਦਿੰਦੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਲੇਡੀਜ਼ ਦੇ ਵਿੱਚ, ਖਾਸ ਕਰਕੇ ਸਾਡੀਆਂ ਨਵੇਂ ਬੱਚਿਆਂ ਦੇ ਵਿੱਚ, ਸਿਰਫ ਡਾਈਟ ਨਾ ਠੀਕ ਹੋਣ ਕਰਕੇ ਸਾਡੇ ਬੱਚਿਆਂ ਦੀ ਗਰੋਥ ਪ੍ਰੀ ਮੈਚਿਓਰ ਹੋ ਰਹੀ ਹੈ।
7 ਸਾਲ ਦੀਆਂ ਲੜਕੀਆਂ ਬਹੁਤ ਬੱਚਿਆਂ ਨੂੰ ਸਾਡਿਆਂ ਨੂੰ ਪੀਰੀਅਡਸ ਆਉਣੇ ਸ਼ੁਰੂ ਹੋ ਗਏ। ਜਿਹੜੇ ਬੱਚੇ ਨੂੰ ਹਜੇ ਸਮਝ ਨਹੀਂ, 7-8 ਸਾਲ ਦਾ ਬੱਚਾ ਕੋਮਲ ਆ, ਉਹਨੂੰ ਕਿੱਥੇ ਸਮਝ ਆ ਪੀਰੀਅਡਸ ਕਿਵੇਂ, ਹੈ ਨਾ। ਉਹਨਾਂ ਨੂੰ ਅਸੀਂ ਬਚਾ ਸਕਦੇ ਹਾਂ, ਉਹਨਾਂ ਤੋਂ ਅਸੀਂ ਖਿਆਲਾਂ ਤੋਂ, ਇਸ ਚੀਜ਼ ਤੋਂ। ਬੱਚੇ ਦੇ ਖਿਆਲਾਤ ਜਿਹੜੇ ਆ ਉਹ ਵੀ ਡਿਪੈਂਡ ਕਰਦੇ ਉਹਦੇ ਪੀਰੀਅਡਸ ਲਿਆਉਣ ਦੇ ਵਾਸਤੇ। ਦੂਸਰੇ ਨੰਬਰ 'ਤੇ ਲਕੋਰੀਆ ਬਹੁਤ ਵੱਡੀ ਪ੍ਰੋਬਲਮ ਆ, ਬੈਕ ਪੇਨ ਬਹੁਤ ਵੱਡੀ ਪ੍ਰੋਬਲਮ ਆ, ਹਾਰਮੋਨਸ ਇਨਬੈਲੈਂਸ ਰਹਿਣੇ, ਔਰਤਾਂ ਦੇ ਵਿੱਚ ਬੀਪੀ ਇਕੱਲਾ ਘਟਣਾ। 90% ਔਰਤਾਂ ਦਾ ਬੀਪੀ ਘਟਦਾ ਅਤੇ 10% ਔਰਤਾਂ ਦਾ ਬੀਪੀ ਵੱਧਦਾ। ਉਹ ਬੀਪੀ ਘਟੀ ਜਾਂਦਾ ਜਦੋਂ ਲਗਾਤਾਰ, ਉਹ ਵੀ ਇੱਕ ਹਾਰਮੋਨਸ ਇਨਬੈਲੈਂਸ ਕਰਦਾ। ਫਿਰ ਮੋਟਾਪਾ ਇੱਕ ਬਹੁਤ ਵੱਡਾ ਕੌਜ਼ ਹੈ। ਚਮੜੀ ਦੇ ਰੋਗ ਹਜ਼ਾਰਾਂ ਨੇ ਔਰਤਾਂ ਨੂੰ ਜਿਹੜੇ ਹੈਗੇ ਆ, ਫੰਗਲ ਇਨਫੈਕਸ਼ਨ ਹੈ, UTI ਇਨਫੈਕਸ਼ਨ ਹੈ, ਕੌਨਸਟੀਪੇਸ਼ਨ ਦੀ ਹਜ਼ਾਰਾਂ ਔਰਤਾਂ ਨੂੰ ਪ੍ਰੋਬਲਮ ਹੈ। ਔਰ ਸਿਰਫ ਅੰਦਰ ਟੱਟੀ ਸੁੱਕਣ ਕਰਕੇ ਚਿਹਰੇ 'ਤੇ ਛਾਈਆਂ ਪੈ ਰਹੀਆਂ ਨੇ, ਸੁਭਾਅ ਦੇ ਵਿੱਚ ਚਿੜਚਿੜਾਪਨ ਆ ਰਿਹਾ। ਹੁਣ ਤੁਸੀਂ ਦੇਖੋ, ਟੋਇਲਟ ਨਹੀਂ ਆ ਰਹੀ, ਕੌਨਸਟੀਪੇਸ਼ਨ ਹੋ ਗਈ, ਕਬਜ਼ ਹੋ ਗਈ, ਉਹਦੀ ਗੰਦੀ ਗੈਸ ਦਿਮਾਗ ਨੂੰ ਚੜ੍ਹ ਰਹੀ ਹੈ ਅਤੇ ਸੁਭਾਅ ਚਿੜਚਿੜਾਪਨ ਆ। ਅਤੇ ਫਿਰ ਚਾਹੇ ਮੁੰਡਾ ਹੈਗਾ ਅਤੇ ਚਾਹੇ ਘਰ ਵਾਲਾ ਅਤੇ ਚਾਹੇ ਨਿਆਣੇ ਆ। ਬਜ਼ੁਰਗ ਸਾਡੇ ਨਾ ਜਦੋਂ ਦਵਾਈ ਦਿੰਦੇ ਸੀਗੇ, ਉਹ ਜੇ ਉਹਨਾਂ ਨੇ 2-4 ਗੱਲਾਂ ਕਰਨ ਤੋਂ ਬਾਅਦ ਉਹਨੇ ਕਹਿਣਾ, ਬੀਬੀ ਤੇਰਾ ਨਿਆਣੇ ਕੁੱਟਣ ਨੂੰ ਜੀ ਕਰਦਾ। ਉਹਨਾਂ ਨੇ ਕਹਿਣਾ, ਵੀ ਵੈਸੇ ਤੁਸੀਂ ਇਹ ਕਾਹਤੋਂ ਪੁੱਛਦੇ ਹੋ? ਉਹ ਕਹਿੰਦੇ ਵੀ ਇਹ ਸਿੰਪਟਮ ਆ। ਅੱਛਾ, ਨਿਆਣੇ ਕੁੱਟਣਾ ਵੀ? ਹਾਂਜੀ, ਨਿਆਣੇ ਕੁੱਟਣਾ ਵੀ ਇੱਕ ਸਿੰਪਟਮ ਹੈ ਬਿਮਾਰੀ ਦਾ। ਹਾਂਜੀ, ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਜਿਹੜਾ ਬੰਦਾ ਤੁਹਾਨੂੰ ਬੁਲਾਊਗਾ ਉਸੇ ਬੰਦੇ 'ਤੇ ਤੁਸੀਂ ਭਣਕ ਜਾਣਾਗਾ। ਇਹ ਵੀ ਉਹਦੇ ਵੀ ਇੱਕ ਵੱਡੂ ਖਾਊ ਵਾਂਗੂ ਜਾਣ ਦਾ ਕੰਮ, ਇਹ ਵੀ ਇੱਕ ਬਹੁਤ ਵੱਡਾ ਸਿੰਪਟਮ ਹੈ। ਹੁਣ ਅਸੀਂ ਕੀ ਕਰਨਾ ਹੈ? ਸਾਡਾ ਤਾਂ ਪਰਿਵਾਰ ਆ, ਸਾਡੀ ਤਾਂ ਭੈਣ ਆ, ਧੀ ਆ, ਘਰ ਵਾਲੀ ਆ, ਘਰ ਵਾਲਾ। ਅਸੀਂ ਉਹਨੂੰ ਨਹੀਂ ਨਾ ਛੱਡ ਸਕਦੇ। ਉਹਨੂੰ ਚਾਹੇ ਜਿੰਨਾ ਮਰਜ਼ੀ ਅੜਬ ਸੁਭਾਅ ਹੋ ਜੇ, ਪਰ ਅਸੀਂ ਇਹ ਸਮਝ ਸਕਦੇ ਹਾਂ ਕਿ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ। ਠੀਕ ਕਿਵੇਂ ਹੋਣਾਗਾ? ਉਹਦੇ ਵਾਸਤੇ ਫਿਰ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਪੈਣਗੀਆਂ। ਅਤੇ ਫਿਰ ਟਾਈਮ ਦੀ ਬਹੁਤ ਘਾਟ ਹੈ, ਤੁਸੀਂ ਦੱਸੋ ਕਿ ਬਾਰੀਕੀ ਦੇ ਨਾਲ ਜਿਹੜੀ ਇੱਦਾਂ ਦੀ ਚੀਜ਼ ਹੈਗੀ ਹੈ, ਇਹਨੂੰ ਕਿਵੇਂ ਰੋਕ ਸਕਦੇ, ਬਿਮਾਰੀ ਨੂੰ ਕਿਵੇਂ ਰੋਕ ਸਕਦੇ ਹਾਂ? ਔਰਤਾਂ ਜਿਹੜੀਆਂ ਇਸ ਵੇਲੇ ਦੇਖ ਰਹੀਆਂ ਨੇ, ਉਹ ਆਪਣੇ ਆਪ ਨੂੰ ਕਿਵੇਂ ਤੰਦਰੁਸਤ ਜ਼ਿਆਦਾ ਰੱਖਣ, ਘਰ ਦੇ ਵਿੱਚ ਰਹਿ ਕੇ ਸਾਰੇ ਪਰਿਵਾਰ ਨੂੰ ਕਿਵੇਂ ਤੰਦਰੁਸਤ ਰੱਖਣ? ਦੇਖੋ, ਔਰਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ, ਕਿਉਂਕਿ ਪੀਰੀਅਡ ਸਰਕਲ ਆ ਜਿਹੜਾ, ਇਹ ਬਹੁਤ ਵੱਡੀਆਂ ਬਿਮਾਰੀਆਂ ਦਾ ਸਰਕਲ ਪੈਦਾ ਕਰਦਾ ਹੈ। ਜਦੋਂ ਪੀਰੀਅਡ ਸਰਕਲ ਠੀਕ ਨਹੀਂ ਆਉਂਦਾ ਜਾਂ 10 ਦਿਨ ਪਹਿਲਾਂ, ਔਰ ਇੱਥੇ ਮੈਂ ਤੁਹਾਨੂੰ ਸੁਭਾਅ ਦੇ ਨਾਲ ਕੋਰਿਲੇਟਡ ਕਰਦਾ, ਜਿਨ੍ਹਾਂ ਔਰਤਾਂ ਦਾ ਸੁਭਾਅ ਬਹੁਤ ਜ਼ਿਆਦਾ ਗੁੱਸੇ ਵਾਲਾ, ਉਹਨਾਂ ਨੂੰ ਪੀਰੀਅਡਸ ਜਲਦੀ ਆਉਣ ਲੱਗ ਜਾਂਦੇ ਆ, ਕਿਉਂਕਿ ਹਾਰਮੋਨਸ ਇਨਬੈਲੈਂਸ ਹੋਣ ਲੱਗ ਗਏ। ਜਿਹੜੀਆਂ ਔਰਤਾਂ ਦਾ ਸੁਭਾਅ ਬਹੁਤਾ ਲਾਈਟਲੀ ਚਲਾ ਜਾਂਦਾ, ਉਹਨਾਂ ਨੂੰ 20-20 ਦਿਨ 30-30 ਦਿਨ ਡੇਟ ਲੇਟ ਹੋਣ ਲੱਗ ਜਾਂਦੀ ਹੈ। ਰਸੌਲੀਆਂ ਉਹਦਾ ਬਹੁਤ ਵੱਡਾ ਕਾਰਨ ਹੈ, ਸੁਭਾਅ ਉਹਦੇ ਵਿੱਚ ਬਹੁਤ ਵੱਡਾ ਕਾਰਨ ਹੈ। ਪੀਰੀਅਡਸ ਆਉਣ ਦੇ ਨਾਲ ਉਹਦੇ 'ਚ ਬਲੈਕ ਕਲਰ ਦਾ ਬਲੱਡ ਆ ਰਿਹਾ ਅਤੇ ਨਾਲ ਗੱਠਾਂ ਆ ਰਹੀਆਂ ਨੇ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਫਿਰ ਇਸ ਤੋਂ ਇਲਾਵਾ ਵਿਜ਼ਾਈਨਾ ਇਨਫੈਕਸ਼ਨ ਆ, ਇਨਫੈਕਸ਼ਨ ਤੋਂ ਇਲਾਵਾ UTI ਇਨਫੈਕਸ਼ਨ ਆ। ਬਹੁਤ ਸਾਰੀਆਂ ਔਰਤਾਂ ਨੂੰ ਲਕੋਰੀਏ ਦੀ ਪ੍ਰੋਬਲਮ ਆ, ਬੈਕ ਪੇਨ ਹੈ, BP ਲੋ ਹੁੰਦਾ, ਉਹਦੇ ਨਾਲ ਵੀ ਸੁਭਾਅ ਦਾ ਚਿੜਚਿੜਾਪਨ ਆ। ਪੈਰਾਂ ਦੇ ਨਹੁੰ ਸੁੱਕਣਾ, ਬਹੁਤ ਸਾਰੀਆਂ ਲੇਡੀਜ਼ ਨੂੰ ਅਸੀਂ ਇਕੱਲਾ ਜਦੋਂ ਫੋਨ 'ਤੇ ਗੱਲ ਕਰਦੀਆਂ, ਜੇ ਉਹਨਾਂ ਨੂੰ ਕਹਿੰਦੇ ਪੈਰ ਦੇ ਨਹੁੰ ਸੁੱਕ ਰਹੇ ਆ, ਉਹ ਕਹਿੰਦੇ ਜੀ ਮੈਂ ਗੱਲ ਤਾਂ ਕਰ ਰਹੀ ਹਾਂ, ਲਕੋਰੀਏ ਦੀ ਪੈਰਾਂ ਦੇ ਨਹੁੰ ਦਾ ਕੀ ਲਿੰਕ ਹੈ? ਇਹ ਵੀ ਇੱਕ ਫੰਗਲ ਦੀ ਨਿਸ਼ਾਨੀ ਹੈ। ਹਜ਼ਾਰਾਂ ਔਰਤਾਂ ਨੂੰ ਵਿਜ਼ਾਈਨਲ ਇਨਫੈਕਸ਼ਨ ਤਾਂ ਹੋ ਜਾਂਦੀ ਹੈ, ਵਿਜ਼ਾਈਨਾ ਦੇ ਅੰਦਰ ਵਾਈਟ ਮਿਊਕਸ ਰਹਿਣਾ ਜ਼ਰੂਰੀ ਹੈ। ਵਿਜ਼ਾਈਨਲ ਅਗਰ ਬਹੁਤ ਖੁਸ਼ਕ ਤੁਸੀਂ ਦਵਾਈ ਲੈ ਲੈਂਦੇ ਹੋ ਤਾਂ ਵੀ ਤੁਸੀਂ ਪਿਸ਼ਾਬ ਵਾਲੀ ਜਗ੍ਹਾ 'ਤੇ ਵੀ ਫੰਗਸ ਲੱਗ ਜਾਂਦੀ ਹੈ ਔਰਤਾਂ ਦੇ। ਉਹਦੇ ਲਈ ਵਿਜ਼ਾਈਨਾ ਗਿੱਲੀ ਰਹਿਣੀ ਜ਼ਰੂਰੀ ਹੈ, ਪਰ ਲਕੋਰੀਆ ਨਹੀਂ ਹੋਣਾ। ਤਾਂ ਇਹਦੇ ਲਈ ਬਹੁਤ ਡੀਪਲੀ ਸਟੱਡੀ ਚਾਹੀਦੀ ਹੈ, ਸਾਨੂੰ ਇਹ ਸਮਝਣਾ ਪੈਣਾ। ਔਰ ਜੇ ਅਸੀਂ ਉਹਨੂੰ ਨਹੀਂ ਸਮਝਦੇ, ਅਸੀਂ ਬਹੁਤ ਖੁਸ਼ਕ ਦਵਾਈ ਔਰਤਾਂ ਨੂੰ ਦੇ ਦਿੰਦੇ ਹਾਂ ਤਾਂ ਉਹ ਵੀ ਫੰਗਲ ਪੈਦਾ ਕਰ ਦਿੰਦੀ ਹੈ। ਅਤੇ ਫਿਰ ਬਾਈ ਜੀ ਇਹ ਦੱਸੋ ਕਿ ਇੱਦਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ, ਇੱਕ ਤੁਹਾਡੇ ਕੋਲ ਮੋਟਾ ਜਿਹਾ ਫਾਰਮੂਲਾ ਕੀ ਹੈ? ਕਿਹੜੀਆਂ ਚੀਜ਼ਾਂ ਦਾ ਪ੍ਰੀਕਾਸ਼ਨ ਰੱਖਿਆ ਜਾਵੇ ਖਾਣ ਪੀਣ ਦੇ ਵਿੱਚ, ਆਪਣੇ ਸੁਭਾਅ ਦੇ ਵਿੱਚ, ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚਾਅ ਕਰ ਸਕੀਏ, ਜਾਂ ਅਸੀਂ ਇਹ ਕਹਿ ਲਈਏ ਕਿ ਆਪਣੇ ਪਰਿਵਾਰ ਨੂੰ ਤੇ ਖੁਦ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਤੁਹਾਡੇ ਕੋਲ ਕਿਹੜਾ ਫਾਰਮੂਲਾ? ਦੇਖੋ, ਔਰਤਾਂ ਦੇ ਵਿੱਚ ਅਗਰ ਉਹ ਬਿਲਕੁਲ ਤੰਦਰੁਸਤ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਡਾਈਟ ਦੇ ਵਿੱਚ ਉਹਨਾਂ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਪੀਰੀਅਡਸ ਆ ਗਏ ਉਦੋਂ ਦੁੱਧ ਅਤੇ ਦੁੱਧ ਤੋਂ ਬਣੀ ਚੀਜ਼ ਨਹੀਂ ਖਾਣੀ। ਜ਼ਿੰਦਗੀ 'ਚ ਤੁਹਾਨੂੰ ਰਸੌਲੀ ਨਹੀਂ ਹੁੰਦੀ, ਹਰਨੀਆਂ ਨਹੀਂ ਬਣਦਾ। ਨੰਬਰ 2, ਜਦੋਂ ਪੀਰੀਅਡਸ ਤੁਹਾਨੂੰ ਲੱਗਦਾ ਕਿ ਉਹ 'ਚ ਗੱਠਾਂ ਆ ਰਹੀਆਂ ਨੇ ਤਾਂ ਸਾਰੀਆਂ ਗੱਠਾਂ ਵਾਸ਼ ਕਰਨ ਵਾਸਤੇ ਪੀਰੀਅਡਸ ਤੋਂ 3 ਦਿਨ ਪਹਿਲਾਂ ਕੱਚਾ ਖੋਪਾ, ਜਿਹਨੂੰ ਗਿਰੀ ਕਹਿੰਦੇ ਆ ਆਪਾਂ, ਸੁੱਕਾ, ਆਮ ਠੂਠੀ ਮਿਲ ਜਾਂਦੀ ਸੁੱਕੀ, ਥੋੜ੍ਹਾ ਜਿਹਾ ਖੋਪਾ, 2 ਛੁਹਾਰੇ ਜਿਨ੍ਹਾਂ ਦੇ ਅੰਦਰ ਗੱਠਾਂ ਆਉਂਦੀਆਂ ਨੇ, ਤਾਂ ਗੱਠਾਂ ਨੂੰ ਵਾਸ਼ ਕਰਨ ਦਾ ਬੜਾ ਸੌਖਾ ਤਰੀਕਾ, 2 ਛੁਹਾਰੇ, ਥੋੜ੍ਹੀ ਜਿਹੀ ਗਿਰੀ ਸੁੱਕੀ, ਉਹਨੂੰ ਦੁੱਧ 'ਚ ਉਬਾਲ ਕੇ ਲਗਾਤਾਰ 2 ਦਿਨ ਪਹਿਲਾਂ, ਡੇਟ ਤੋਂ ਪਹਿਲਾਂ ਪੀ ਲੈਣ। ਉਹਦੇ ਨਾਲ ਗੱਠਾਂ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਔਰ ਪੀਰੀਅਡਸ ਦੇ ਵਿੱਚ ਗੱਠਾਂ ਆਉਣੀਆਂ ਬੰਦ ਹੋ ਜਾਂਦੀਆਂ।
ਹਮੇਸ਼ਾ ਲੇਡੀਜ਼ ਨੂੰ ਬਲੈਕ ਬਲੱਡ ਨਹੀਂ ਆਉਣਾ ਚਾਹੀਦਾ। ਜੇ ਗੱਠਾਂ ਆ ਰਹੀਆਂ ਤਾਂ ਬਲੈਕ ਬਲੱਡ ਆਊਗਾ, ਨਹੀਂ ਤਾਂ ਰੈੱਡ ਬਲੱਡ ਆਉਣਾ ਚਾਹੀਦਾ। ਚੌਥਾ ਸਭ ਤੋਂ ਵੱਡਾ ਕਾਰਨ ਹੈ ਕਿ ਪੀਰੀਅਡ ਦਾ ਸਰਕਲ ਨੋਟ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੇ ਤੁਹਾਨੂੰ 30 ਤਰੀਕ ਨੂੰ ਪੀਰੀਅਡ ਆਉਂਦੇ ਆ ਤਾਂ 30 ਤਰੀਕ ਦੇ ਵਿੱਚ ਪੀਰੀਅਡਸ ਆ ਜਾਣੇ ਚਾਹੀਦੇ ਆ। ਅਗਰ ਉਹ ਪਹਿਲੇ ਦਿਨ 1 ਦਿਨ ਲੇਟ ਹੋਏ ਆ, ਅਗਲੀ ਵਾਰ 2 ਦਿਨ, ਫਿਰ 3 ਦਿਨ, ਫਿਰ 4 ਦਿਨ, ਉਹ ਹੌਲੀ ਹੌਲੀ ਉਹ ਨਿਸ਼ਾਨੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਪ੍ਰੋਬਲਮ 'ਚ ਜਾ ਰਹੇ ਹੋ। ਪਰ ਦਿੱਕਤ ਤਾਂ ਇਹੀ ਹੈ ਜੀ, ਕਈਆਂ ਨੂੰ 1 ਹਫ਼ਤਾ ਪਹਿਲਾਂ ਜਾਂ 1 ਹਫ਼ਤਾ ਬਾਅਦ ਦੇ ਵਿੱਚ ਜਿਹੜਾ ਅੱਜ ਕੱਲ੍ਹ ਪੀਰੀਅਡਸ ਹੈ ਜਿਹੜਾ ਉਹ ਆਉਂਦੇ ਨੇ, ਫਿਰ ਉਹ ਵੀ ਕੋਈ ਬਿਮਾਰੀ ਹੋਏ? 100% ਇਹ ਨਿਸ਼ਾਨੀ ਹੈ। ਅਗਰ ਤੁਹਾਨੂੰ ਪੀਰੀਅਡਸ ਪਹਿਲਾਂ ਆ ਰਹੇ ਆ ਤਾਂ ਤੁਹਾਡੀ ਬਾਡੀ ਹੀਟਡ ਹੋ ਰਹੀ ਹੈ। ਅਗਰ ਤੁਹਾਨੂੰ ਪੀਰੀਅਡਸ ਲੇਟ ਹੋ ਰਹੇ ਆ ਤਾਂ ਅਸੀਂ ਕੋਈ ਨਾ ਕੋਈ ਕੌਜ਼ ਬਣ ਰਿਹਾ ਹੈਗਾ। ਉਹ ਗੱਠਾਂ ਬਣਨ ਦਾ ਕਾਰਨ ਹੈ। ਜਿਹੜਾ ਲੇਟ ਹੋ ਰਿਹਾ ਉਹ ਤਾਂ ਛੁਹਾਰੇ ਨਾਲ ਤੇ ਖੋਪੇ ਦੀ ਗਿਰੀ ਨਾਲ 90% ਠੀਕ ਹੋ ਜਾਂਦੇ ਆ। ਮੈਂ ਪਹਿਲਾਂ ਇੱਕ ਦਵਾਈ ਬਣਾਉਂਦਾ ਰਿਹਾ ਗਾ ਤੇ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਠੀਕ ਇਸ ਚੀਜ਼ ਨਾਲ ਵੀ ਕੀਤਾ। ਪਹਿਲਾਂ ਨਾ ਕਪਾਹ ਦੀਆਂ ਸ਼ਿਕਲੀਆਂ ਆਉਂਦੀਆਂ ਸੀਗੀਆਂ, ਸ਼ਿਕਰੀਆਂ ਕਹਿ ਦਿੰਦੇ ਆ। ਅਸੀਂ ਆਮ ਲੋਕਾਂ ਨੂੰ ਜਿਨ੍ਹਾਂ ਨੇ ਪੀਰੀਅਡਸ ਵਾਲੇ ਨੇ ਆਉਣਾ ਤਾਂ ਅਸੀਂ ਉਹਨਾਂ ਨੂੰ ਕਹਿਣਾ ਵੀ 4 ਕੇ ਸ਼ਿਕਰੀਆਂ ਲੈ ਕੇ ਪਾਣੀ 'ਚ ਉਬਾਲ ਕੇ ਤੁਸੀਂ ਰਾਤ ਨੂੰ ਪਿਓ। ਉਹਨਾਂ ਨੂੰ ਵੈਸੇ ਸਭ ਕਪਾਹ ਦੇ ਨਾਲ ਕੀ ਲਿੰਕ ਆ? ਤੇ ਮੈਂ ਤੁਹਾਨੂੰ ਦੱਸਦਾ ਕਿ ਹਜ਼ਾਰਾਂ ਪੇਸ਼ੈਂਟ ਉਹਦੇ ਨਾਲ ਠੀਕ ਹੋਏ ਵੇ ਜਿਹੜੇ ਮੇਰੀ ਇੰਟਰਵਿਊ ਸੁਣਦੇ ਆ ਔਰ ਜਿਨ੍ਹਾਂ ਨੇ ਇਹ ਚੀਜ਼ ਅਪਣਾਈ ਆ ਉਹ ਜ਼ਰੂਰ ਕਮੈਂਟ ਦੇ ਵਿੱਚ ਦੱਸਣ, ਵੀ ਆਪਣਾ ਨੰਬਰ ਵੀ ਦੇਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਤੀਸਰਾ ਨੰਬਰ ਆ ਕਿ ਤੁਹਾਨੂੰ ਜਦੋਂ ਪੀਰੀਅਡਸ ਅਪ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਇਹ ਤੁਹਾਡੇ BP ਨੂੰ ਅਪ ਡਾਊਨ ਕਰਦੇ ਆ। ਜਦੋਂ ਤੁਹਾਨੂੰ ਲਕੋਰੀਆ ਹੁੰਦਾ ਤੁਹਾਡਾ ਬਲੱਡ ਘਟਦਾ ਹੈ, ਹਾਈ ਬਲੱਡ ਪ੍ਰੈਸ਼ਰ ਤੋਂ ਤੁਸੀਂ ਥੱਲੇ ਚਲੇ ਜਾਂਦੇ ਹੋ। ਹੁਣ ਜਦੋਂ BP ਘਟਣ ਲੱਗ ਗਿਆ, ਬੈਕ ਪੇਨ ਹੋਣ ਲੱਗ ਗਈ ਤਾਂ ਤੁਹਾਡੇ ਸੁਭਾਅ ਦੇ ਵਿੱਚ ਚਿੜਚਿੜਾਪਨ ਆਉਂਦਾ। ਤਾਂ ਇਹ ਕਈ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਤੁਹਾਨੂੰ ਗੌਰ ਰੱਖਣੀ ਚਾਹੀਦੀ ਹੈ। ਲਗਾਤਾਰ ਲਕੋਰੀਏ ਦਾ ਮਰੀਜ਼ ਨਹੀਂ ਬਣਨਾ ਚਾਹੀਦਾ। ਉਹ ਅੰਦਰੋਂ ਜਦੋਂ ਲਕੋਰੀਆ ਜਿਹੜਾ ਜਾਂਦਾ ਹੈ, ਇੱਕ ਤਰ੍ਹਾਂ ਦਾ ਸਿਮਨ ਜਿਹੜਾ ਤੁਹਾਡੇ ਅੰਦਰੋਂ ਜਾਂਦਾ ਹੈ, ਉਹ ਤੁਹਾਡੇ ਅੰਦਰ ਕਮਜ਼ੋਰੀ ਕਰਦਾ ਹੈ। ਸੁਭਾਅ ਦੇ ਵਿੱਚ ਸੁਭਾਅ ਨਹੀਂ ਠੀਕ ਰਹਿੰਦਾ ਔਰ ਹੌਲੀ ਹੌਲੀ ਬੰਦਾ ਇਸ ਦਾ ਸ਼ਿਕਾਰ ਹੁੰਦਾ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਵੱਡਮੁੱਲੀ ਜਾਣਕਾਰੀ ਤੁਸੀਂ ਅੱਜ ਸਾਂਝੀ ਕੀਤੀ ਔਰ ਮੈਨੂੰ ਲੱਗਦਾ ਹੈ ਕਿ ਜੇਕਰ ਆਪਣੀ ਵੀਡੀਓ ਤੋਂ ਬਾਅਦ, ਇਸ ਵੀਡੀਓ ਤੋਂ ਬਾਅਦ ਕੋਈ ਇੱਕ ਘਰ ਵੀ ਠੀਕ ਹੁੰਦਾ ਹੈ, ਚਾਹੇ ਉਹ ਸਿਹਤ ਪੱਖੋਂ ਚਾਹੇ ਮਾਨਸਿਕ ਪੱਖੋਂ, ਸਾਡਾ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਪੂਰਾ ਹੋਏਗਾ। ਔਰ ਤੁਸੀਂ ਸਮਾਂ ਦਿੱਤਾ, ਬੜਾ ਕੀਮਤੀ ਸਮਾਂ ਹੁੰਦਾ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਫਰੂਕੀ ਸਾਹਿਬ, ਤੁਹਾਡੇ ਅਸੀਂ ਕਿਸੇ ਕੰਮ ਆ ਸਕੀਏ, ਸਮਾਜ ਦੇ ਕਿਸੇ ਕੰਮ ਆ ਸਕੀਏ, ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਸੋ ਇਹ ਸਨ ਵੈਦ ਜਗਦੀਪ ਸਿੰਘ, ਜਿਨ੍ਹਾਂ ਨੇ ਬੜੇ ਹੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤਾਂ ਦੇ ਵਿੱਚ ਜ਼ਿਆਦਾਤਰ ਬਿਮਾਰੀਆਂ ਮਾਨਸਿਕਤਾ ਤੋਂ ਕਿਵੇਂ ਸ਼ੁਰੂ ਹੋ ਕੇ ਸਰੀਰ ਵਾਲੇ ਪਾਸੇ ਨੂੰ ਹੋ ਜਾਂਦੀਆਂ ਨੇ ਤੇ ਉਸ ਦਾ ਬਚਾਓ ਅਸੀਂ ਕਿਵੇਂ ਕਰਨਾ ਹੈ। ਇੱਕ ਉਹਨਾਂ ਨੇ ਬੜੀ ਅਹਿਮ ਗੱਲ ਆਖੀ ਹੈ, ਉਹਨਾਂ ਆਖਿਆ ਹੈ ਕਿ ਜਦੋਂ ਵੀ ਪੀਰੀਅਡਸ ਦਾ ਵੇਲਾ ਹੁੰਦਾ ਹੈ, ਜਦੋਂ ਵੀ ਟਾਈਮ ਹੁੰਦਾ ਤਾਂ ਉਸ ਵੇਲੇ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਜਿਹੜੀਆਂ ਉਸ ਤੋਂ ਪਰਹੇਜ਼ ਕਰਨਾ ਚਾਹੀਦਾ। ਨਾਲੋਂ ਨਾਲ ਉਹਨਾਂ ਨੇ ਦੱਸਿਆ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜੇਕਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਇਹ ਸਵਾਲ, ਇਹ ਇੰਟਰਵਿਊ ਹੋਣ ਤੋਂ ਬਾਅਦ ਕੋਈ ਆਉਂਦਾ ਹੈ ਤਾਂ ਤੁਸੀਂ ਜਿਹੜਾ ਨੰਬਰ ਚੱਲ ਰਹੇ ਨੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦੇ ਸਵਾਲ ਸ਼ੰਕੇ ਜਿਹੜੇ ਵੈਦ ਜਗਦੀਪ ਸਿੰਘ ਉਹਨਾਂ ਨਾਲ ਰਾਬਤਾ ਕਰਕੇ ਦੂਰ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।